वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप सब संगत जुड़ चुके हो इस ऑनलाइन गुरमत क्लास विच जिस विच आपां श्री गुरु ग्रंथ साहब जी अंदर जो वारां दे उपर सतगुरां ने धुनियां दर्ज कीतियां हन उन्हां 9 धुनियां दी विचार आपां कर रहे हां। ਹੁਣ तक ਆਪਾਂ ਸਾਧ ਸੰਗਤ 6 ਧੁਨੀਆਂ ਦੀ ਵਿਚਾਰ ਕਰ ਚੁੱਕੇ ਹਾਂ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਵਾਰਾਂ ਦੇ ਉੱਪਰ ਸਤਿਗੁਰਾਂ ਨੇ ਸਰਲੇਖ ਰੂਪ ਦੇ ਵਿੱਚ ਰੱਖੀਆਂ ਹਨ। ਉਹਨਾਂ ਵਿੱਚੋਂ ਅੱਜ 3 ਧੁਨੀਆਂ ਜਿਹੜੀਆਂ ਰਹਿ ਗਈਆਂ ਹਨ ਉਹਨਾਂ ਦੀ ਆਪਾਂ ਅੱਜ ਵਿਚਾਰ ਇਸ ਕਲਾਸ ਵਿੱਚ ਕਰਨੀ ਹੈ। ਇਹ 3 ਧੁਨੀਆਂ ਹਨ। ਪਹਿਲੀ ਹੈ ਸਾਰੰਗ ਰਾਗ ਦੇ ਵਿੱਚ ਸਾਧ ਸੰਗਤ ਰਾਏ ਮਹਿਮੇ ਹਸਨੇ ਦੀ ਵਾਰ ਦੀ ਧੁਨੀ ਮਹੱਲੇ ਚੌਥੇ ਦੀ ਵਾਰ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਵਾਰ ਹੈ। ਫਿਰ ਉਸ ਤੋਂ ਅਗਲੀ ਜਿਹੜੀ ਮਲਾਰ ਰਾਗ ਦੇ ਵਿੱਚ ਰਾਣੇ ਕੈਲਾਸ਼ ਤਥਾ ਮਾਲਦੇਵ ਦੀ ਧੁਨੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਇਹ ਪਾਵਨ ਵਾਰ ਹੈ ਮਹੱਲੇ ਪਹਿਲੇ ਦੀ। ਫਿਰ ਉਸ ਤੋਂ ਬਾਅਦ 9 ਨੰਬਰ ਦੇ ਉੱਪਰ ਜੋ ਧੁਨੀ ਹੈ ਕਾਨੜਾ ਰਾਗ ਦੇ ਵਿੱਚ ਮੂਸੇ ਦੀ ਵਾਰ ਦੀ ਧੁਨੀ ਜੋ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਾਰ ਦੇ ਉੱਪਰ ਅੰਕਿਤ ਹੈ। ਸੋ ਇਹਨਾਂ 3 ਧੁਨੀਆਂ ਦੀ ਅੱਜ ਆਪਾਂ ਵਿਚਾਰ ਕਰਨੀ ਹੈ। ਬਾਕੀ 6 ਦੀ ਵਿਚਾਰ ਆਪਾਂ ਪਿਛਲੀਆਂ 2 ਕਲਾਸਾਂ ਦੇ ਵਿੱਚ ਵਿਚਾਰ ਚੁੱਕੇ ਹਾਂ। ਜਿਨ੍ਹਾਂ ਨੇ ਇਹਨਾਂ ਧੁਨੀਆਂ ਦੀ ਵਿਚਾਰ ਨਹੀਂ ਸੁਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਇਹਨਾਂ ਕਲਾਸਾਂ ਦੇ ਜ਼ਰੀਏ ਨਹੀਂ ਲਈ ਉਹਨਾਂ ਨੂੰ ਇਹ ਬੇਨਤੀ ਹੈ ਕਿ YouTube ਦੇ ਉੱਪਰ ਇਹ ਕਲਾਸਾਂ ਪਾ ਦਿੱਤੀਆਂ ਗਈਆਂ ਹਨ। ਆਪ ਉਸ ਚੈਨਲ ਦੇ ਉੱਪਰੋਂ ਜੋ ਗੁਰਦੁਆਰਾ ਸ਼ਾਹਣੀ ਦੇ ਨਾਮ ਤੇ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਸ਼ਾਹਣੀ ਉਸ ਚੈਨਲ ਦੇ ਉੱਪਰ ਇਹ ਵੀਡੀਓ ਪਈਆਂ ਹਨ। ਆਪ ਜੀ ਉੱਥੋਂ ਸੁਣ ਸਕਦੇ ਹੋ ਤੇ ਲਾਹਾ ਲੈ ਸਕਦੇ ਹੋ। ਸੋ ਸਾਧ ਸੰਗਤ ਅੱਜ ਆਪਾਂ ਇਹ ਜਿਹੜੀਆਂ 3 ਧੁਨੀਆਂ ਹਨ ਇਹਨਾਂ ਦੀ ਵਿਚਾਰ ਆਰੰਭ ਕਰਨੀ ਹੈ। ਸੋ ਆਪ ਜਿੰਨੀ ਵੀ ਸੰਗਤ ਜੁੜ ਚੁੱਕੇ ਹੋ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਆਪਾਂ ਇਸ ਕਲਾਸ ਦੀ ਆਰੰਭਤਾ ਕਰੀਏ। ਸਾਧ ਸੰਗਤ ਅੱਜ ਦੀ ਜਿਹੜੀ ਆਪਣੀ ਸਭ ਤੋਂ ਪਹਿਲੀ ਧੁਨੀ ਹੈ 7ਵੇਂ ਨੰਬਰ ਤੇ ਇਹ ਧੁਨੀ ਹੈ। ਇਸ ਧੁਨੀ ਦਾ ਨਾਮ ਸੰਗਤ ਜੀ ਹੈਗਾ ਹੈ ਰਾਏ ਮਹਿਮੇ ਹਸਨੇ ਦੀ ਵਾਰ ਦੀ ਧੁਨੀ। ਰਾਏ ਮਹਿਮਾ ਤੇ ਰਾਏ ਹਸਨਾ ਇਹਨਾਂ ਦੀ ਵਾਰ ਦੀ ਧੁਨੀ ਸਤਿਗੁਰਾਂ ਨੇ ਅੰਕਿਤ ਕੀਤੀ ਹੈ। ਰਾਗ ਸਾਰੰਗ ਹੈ ਤੇ ਵਾਰ ਜਿਹੜੀ ਹੈ ਮਹੱਲੇ ਚੌਥੇ ਦੀ ਭਾਵ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹ ਪਾਵਨ ਵਾਰ ਹੈ। ਕੀ ਗਾਤਾ ਹੈ ਰਾਏ ਮਹਿਮੇ ਅਤੇ ਹਸਨੇ ਦੀ। ਸਾਧ ਸੰਗਤ ਰਾਏ ਮਹਿਮਾ ਤੇ ਰਾਏ ਹਸਨਾ ਇਹ ਦੋਵੇਂ ਭੱਟੀ ਜਾਤੀ ਨਾਲ ਸੰਬੰਧ ਰੱਖਦੇ ਰਾਜਪੂਤ ਸਨ ਤੇ ਇਹ ਕਰ ਭਰਦੇ ਸਨ, ਟੈਕਸ ਭਰਦੇ ਸਨ। ਉਸ ਸਮੇਂ ਦੇ ਬਾਦਸ਼ਾਹ ਅਕਬਰ ਨੂੰ ਟੈਕਸ ਭਰਦੇ ਸਨ ਦੋਵੇਂ ਜਾਣੇ। ਤੇ ਜਿਹੜਾ ਰਾਏ ਮਹਿਮਾ ਸੀ ਉਹ ਬੜਾ ਚੰਗਾ ਨਿਕਪਟੀ ਰਾਜਾ ਸੀ, ਬੜਾ ਧਰਮੀ ਰਾਜਾ ਸੀ। ਤੇ ਜਿਹੜਾ ਰਾਏ ਹਸਨਾ ਸੀ ਉਹ ਥੋੜਾ ਜਿਹਾ ਕਪਟੀ ਸੀ, ਮਨ ਦੇ ਵਿੱਚ ਖਾਰ ਰੱਖਦਾ ਸੀ। ਤੇ ਜਦੋਂ ਇਹਨੇ ਟੈਕਸ ਭਰਨ ਵਾਸਤੇ ਜਾਇਆ ਕਰਨਾ, ਕਰ ਭਰਨ ਵਾਸਤੇ ਜਾਇਆ ਕਰਨਾ ਅਕਬਰ ਦੇ ਦਰਬਾਰ ਦੇ ਵਿੱਚ, ਤੇ ਇਹਨੇ ਕਹਿਣਾ ਮਹਿਮੇ ਨੇ ਕਿ ਤੂੰ ਜੇ ਚੱਲਿਆ ਹੀ ਆ ਤੇ ਮੇਰਾ ਵੀ ਟੈਕਸ ਲਈ ਜਾ, ਮੇਰਾ ਵੀ ਕਰ ਭਰ ਆਈ ਅਕਬਰ ਦੇ ਦਰਬਾਰ 'ਚ। ਤੇ ਮਹਿਮੇ ਨੇ ਹਸਨੇ ਨੇ ਇਹ ਜਿਹੜਾ ਕਰ ਲੈ ਕੇ ਤੇ ਚਲੇ ਜਾਇਆ ਕਰਨਾ, ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾਇਆ ਕਰਨੀ, ਕਰ ਆਪਣਾ ਭਰ ਆਇਆ ਕਰਨਾ ਤੇ ਜਿਹੜਾ ਮਹਿਮੇ ਦਾ ਕਰ ਉਹ ਨਾ ਭਰਿਆ ਕਰਨਾ। ਇਸੇ ਤਰ੍ਹਾਂ ਸਾਲ ਬੀਤ ਗਿਆ ਤੇ ਅਕਬਰ ਬਾਦਸ਼ਾਹ ਨੇ ਪੁੱਛਿਆ ਆਪਣੇ ਮੰਤਰੀਆਂ ਨੂੰ ਕਿ ਕੀ ਗੱਲ ਹੋ ਗਈ ਆ, ਬੜਾ ਸਮਾਂ ਹੋ ਗਿਆ, ਮਹਿਮਾ ਕਿਉਂ ਨਹੀਂ ਆਇਆ ਹੁਣ ਤੱਕ। ਉਹ ਕਹਿੰਦੇ ਜੀ ਇਹਦੇ ਭਰਾ ਨੂੰ ਪੁੱਛੋ ਕਿਉਂ ਨਹੀਂ ਆਇਆ। ਇਹ ਹੱਸਣਾ ਗਿਆ ਸੀ ਟੈਕਸ ਭਰਨ, ਇਹਨੂੰ ਪੁੱਛਿਆ ਗਿਆ ਭਾਈ ਤੇਰਾ ਭਰਾ ਜਿਹੜਾ ਮਹਿਮਾ ਹੈ ਉਹ ਕਿਉਂ ਨਹੀਂ ਭਰਨ ਆਇਆ ਕਰ। ਇਹਨੇ ਕਿਹਾ ਜੀ ਉਹ ਜਿਹੜਾ ਹੈ ਮਹਿਮਾ ਉਹ ਤੁਹਾਡੇ ਤੋਂ ਬਾਗੀ ਹੋ ਗਿਆ। ਅਕਬਰ ਬਾਦਸ਼ਾਹ ਕਹਿੰਦਾ ਬਾਗੀ ਹੋ ਗਿਆ, ਚੱਲ ਇੰਝ ਕਰ ਮੈਂ ਤੈਨੂੰ ਸੈਨਾ ਦਿੰਦਾ, ਤੂੰ ਉਹਨੂੰ ਜਿੱਤ ਕੇ ਨਾਲੇ ਉਹਦੇ ਰਾਜ ਦੇ ਉੱਤੇ ਕਬਜ਼ਾ ਕਰ ਲਈ ਤੇ ਨਾਲੇ ਉਹਦੇ ਰਾਜ ਤੇ ਕਬਜ਼ਾ ਕਰ ਲਈ ਤੇ ਨਾਲੇ ਇਹਨੂੰ ਕੈਦੀ ਬਣਾ ਕੇ ਤੇ ਮੇਰੇ ਤੱਕ ਦੇ ਲੈ ਕੇ ਆ। ਇਹ ਹਸਨਾ ਕਹਿੰਦਾ ਚਲੋ ਠੀਕ ਹੈ ਜੀ, ਮੈਂ ਤੁਹਾਡੀ ਗੱਲ ਮੰਨਦਾ। ਇਹਨੇ ਫੌਜ ਲਈ ਆ ਅਕਬਰ ਬਾਦਸ਼ਾਹ ਦੇ ਕੋਲੋਂ, ਫੌਜ ਦਾ ਸਹਾਰਾ ਲਿਆ, ਬਹੁਤ ਫੌਜ ਲੈ ਕੇ ਇਹਨੇ ਮਹਿਮੇ ਦੇ ਉੱਤੇ ਚੜ੍ਹਾਈ ਕੀਤੀ ਹੈ।
ਤੇ ਮਹਿਮੇ ਨੂੰ ਇਹਦੇ ਕਪਟ ਦਾ ਪਤਾ ਲੱਗ ਗਿਆ ਰਾਏ ਮਹਿਮੇ ਨੂੰ ਕਿ ਇਹਨੇ ਜਾ ਕੇ ਅਕਬਰ ਬਾਦਸ਼ਾਹ ਦੇ ਕੋਲ ਝੂਠ ਬੋਲਿਆ ਤੇ ਜਾਣ ਬੁੱਝ ਕੇ ਮੈਨੂੰ ਆ ਕੇ ਇਹਨੇ ਫਸਾਇਆ ਉੱਥੇ। ਹੁਣ ਬਹੁਤ ਫੌਜ ਸੀ, ਇਹ ਮਹਿਮੇ ਤੇ ਰਾਏ ਹਸਨੇ ਦੀ ਲੜਾਈ ਹੋਈ ਹੈ, ਆਪਸ ਦੇ ਵਿੱਚ ਜੰਗ ਹੋਈ ਹੈ, ਦੋਵਾਂ ਪਾਸਿਓਂ ਫੌਜਾਂ ਲੜੀਆਂ। ਇਸ ਲੜਾਈ ਦੇ ਵਿੱਚ ਮਹਿਮਾ ਹਸਨਾ ਜਿਹੜਾ ਸੀ ਮਹਿਮਾ ਇਹ ਹਾਰ ਗਿਆ ਇਹ ਰਾਏ ਹਸਨੇ ਦੇ ਕੋਲ। ਮਹਿਮਾ ਹਾਰ ਗਿਆ ਤੇ ਹਸਨਾ ਜਿੱਤ ਗਿਆ। ਇਹਨੇ ਕੈਦੀ ਬਣਾ ਕੇ ਹੱਥ ਕੜੀਆਂ ਲਾ ਕੇ ਅਕਬਰ ਦੇ ਦਰਬਾਰ 'ਚ ਪੇਸ਼ ਕੀਤਾ ਇਹਨੂੰ ਮਹਿਮੇ ਨੂੰ। ਜਦੋਂ ਰਾਏ ਮਹਿਮੇ ਨੂੰ ਪੇਸ਼ ਕੀਤਾ ਤੇ ਰਾਏ ਮਹਿਮੇ ਨੇ ਬੜੀਆਂ ਸਫਾਈਆਂ ਦਿੱਤੀਆਂ ਪਰ ਅਕਬਰ ਨੇ ਨਾ ਮੰਨੀਆਂ। ਤੇ ਇਹਦਾ ਜਿਹੜਾ ਸਾਰਾ ਰਾਜ ਸੀ ਅਕਬਰ ਨੇ ਰਾਏ ਹਸਨੇ ਨੂੰ ਦੇ ਦਿੱਤਾ ਕਿ ਭਾਈ ਤੂੰ ਇਹਦੇ ਜਿਹੜਾ ਰਾਜ ਹੈ ਤੂੰ ਸਾਂਭ, ਤੂੰ ਇਹਦੇ ਰਾਜ ਦੇ ਉੱਤੇ ਕਬਜ਼ਾ ਕਰ ਤੇ ਉੱਥੋਂ ਦਾ ਰਾਜ ਭਾਗ ਵੀ ਤੂੰ ਹੀ ਚਲਾ। ਇਹਨੇ ਮੰਨ ਕੇ ਗੱਲ ਤੇ ਇਹ ਰਾਜ ਕਰਨ ਲੱਗ ਪਿਆ, ਦੋਵੇਂ ਰਾਜ ਸਾਂਭ ਲਏ। ਇੱਧਰ ਕੈਦ ਕੀਤਾ ਮਹਿਮੇ ਨੂੰ ਹੱਥ ਘੜੀਆਂ ਲਾ ਕੇ ਜੇਲ੍ਹ 'ਚ ਸੁੱਟ ਦਿੱਤਾ ਗਿਆ। ਕਾਫੀ ਸਮਾਂ ਬੀਤਿਆ। ਇੱਕ ਦਿਨ ਕੀ ਹੋਇਆ ਕਿ ਅਕਬਰ ਬਾਦਸ਼ਾਹ ਨੇ ਇੱਕ ਕਿੱਲਾ ਗੜਵਾਇਆ ਮੈਦਾਨ ਦੇ ਵਿੱਚ। ਕਹਿੰਦਾ ਮੈਂ ਅੱਜ ਸੂਰਮਿਆਂ ਦੀ ਪਰਖ ਲੈਣੀ ਆ, ਕਿਹੜਾ ਅਸਲੀ ਸੂਰਮਾ। ਅਕਬਰ ਬਾਦਸ਼ਾਹ ਨੇ ਇੱਕ ਕਿੱਲਾ ਗੜਵਾ ਕੇ ਤੇ ਕਿਹਾ ਕਿ ਜਿਹੜਾ ਵੀ ਸੂਰਮਾ ਇੱਕ ਬਰਸ਼ੀ ਦੇ ਵਾਰ ਦੇ ਨਾਲ ਘੋੜੇ ਤੇ ਚੜ੍ਹ ਕੇ ਇਹ ਕਿੱਲਾ ਪੁੱਟ ਦੇਵੇਗਾ ਤੇ ਉਹ ਜੋ ਵੀ ਮੂੰਹ ਤੋਂ ਮੰਗੇ ਮੈਂ ਉਹਨੂੰ ਦੇ ਦਾਂਗਾ। ਇੱਕੋ ਵਾਰ ਦੇ ਵਿੱਚ ਪੁੱਟਣਾ ਹੈ। ਸਾਧ ਸੰਗਤ ਨਿਹੰਗ ਸਿੰਘਾਂ ਦੇ ਅੰਦਰ ਮਹੱਲਾ ਜਦੋਂ ਖੇਡਦੇ ਆ ਤੇ ਉਹ ਵੀ ਇਹੀ ਕਿੱਲੇ ਪੁੱਟਦੇ। ਆਪ ਜੀ ਨੇ ਦੇਖਿਆ ਹੋਵੇਗਾ ਜੇ ਕਿਤੇ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਗਏ ਹੋ ਜਾਂ ਜਿੱਥੇ ਵੀ ਇਹ ਮੇਲਾ ਮਨਾਉਂਦੇ ਆ ਨਿਹੰਗ ਸਿੰਘ, ਉਸ ਜਗ੍ਹਾ ਦੇ ਉੱਤੇ ਇਹ ਜਦੋਂ ਵਿਖਾਉਂਦੇ ਆ ਕਿੱਲਾ ਪੁੱਟਣ ਦੀ ਸਾਰੀ ਕਲਾ ਦਿਖਾਉਂਦੇ ਆ। ਘੋੜਿਆਂ ਦੇ ਉੱਪਰ ਚੜ੍ਹ ਕੇ ਬਰਛੀ ਦੇ ਨਾਲ ਜ਼ਮੀਨ 'ਚੋਂ ਕਿੱਲਾ ਪੁੱਟਦੇ ਆ। ਸੋ ਸਾਧ ਸੰਗਤ ਇਹੋ ਹੀ ਕਾਰਜ ਜਿਹੜਾ ਇਸ ਅਕਬਰ ਬਾਦਸ਼ਾਹ ਨੇ ਕੀਤਾ। ਕਹਿੰਦਾ ਕੋਈ ਵੀ ਸੂਰਮਾ ਇੱਕ ਵਾਰ ਦੇ ਨਾਲ ਕਿੱਲਾ ਪੁੱਟਦੇ ਘੋੜੇ ਨੂੰ ਤੇਜ਼ ਭਜਾ ਕੇ ਤੇ ਮੈਂ ਇਹਨੂੰ ਮੂੰਹ ਮੰਗਿਆ ਜਿਹੜਾ ਹੈ ਨਾ, ਜੋ ਵੀ ਆਪਣੇ ਮੂੰਹ 'ਚ ਮੰਗੇਗਾ ਮੈਂ ਇਹਨੂੰ ਦੇਵਾਂਗਾ। ਤੇ ਸਾਧ ਸੰਗਤ ਉੱਥੇ ਜਿੰਨੇ ਵੀ ਸੂਰਮੇ ਸਨ ਸਾਰਿਆਂ ਨੇ ਬੜੇ ਆਪਣੇ ਹੱਥ ਵਿਖਾਏ। ਜਿਹੜਾ ਵੀ ਜਾਵੇ ਕਿੱਲਾ ਪੁੱਟਣ ਦੀ ਕੋਸ਼ਿਸ਼ ਕਰਿਆ ਕਰੇ ਪਰ ਕਿੱਲਾ ਪੁੱਟਿਆ ਨਾ ਜਾਇਆ ਕਰੇ। ਇਸੇ ਤਰ੍ਹਾਂ ਕਾਫੀ ਟਾਈਮ ਬੀਤ ਗਿਆ, ਸਾਰੇ ਸੂਰਮੇ ਖਤਮ ਹੋ ਗਏ। ਇਹਨੇ ਕਿਹਾ ਕੋਈ ਹੋਰ ਸੂਰਮਾ ਹੈਗਾ ਆਪਣੇ ਆਪ ਨੂੰ ਜਿਹਨੇ ਪਰਖਣਾ ਹੋਵੇ। ਤੇ ਇਹਦਾ ਰਾਏ ਮਹਿਮੇ ਦਾ ਇੱਕ ਦੋਸਤ ਮਿੱਤਰ ਉੱਥੇ ਖੜਾ ਸੀ, ਸਾਰਾ ਕੁਝ ਦੇਖ ਰਿਹਾ ਸੀ। ਉਹਨੇ ਕਿਹਾ ਕਿ ਮਹਾਰਾਜ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ। ਕਹਿੰਦੇ ਦੱਸੋ ਕੀ ਗੱਲ ਹੈ। ਕਹਿੰਦੇ ਇੱਕ ਸੂਰਮਾ ਆਪਣੀ ਕੈਦ ਦੇ ਵਿੱਚ ਪਿਆ ਹੈ, ਤੁਹਾਡੀ ਕੈਦ ਦੇ ਵਿੱਚ ਇੱਕ ਸੂਰਮਾ ਪਿਆ। ਉਹ ਸੂਰਮਾ ਇਸ ਕਿੱਲੇ ਨੂੰ ਇੱਕ ਵਾਰ ਦੇ ਨਾਲ ਬਰਸ਼ੀ ਦੇ ਨਾਲ ਪੁੱਟ ਸਕਦਾ। ਕਹਿੰਦੇ ਕਿਹੜਾ ਉਹ ਸੂਰਮਾ। ਕਹਿੰਦੇ ਉਹ ਰਾਏ ਮਹਿਮਾ ਉਹ ਇਸ ਕਿੱਲੇ ਨੂੰ ਪੁੱਟ ਸਕਦਾ ਹੈ। ਅਕਬਰ ਬਾਦਸ਼ਾਹ ਕਹਿੰਦਾ ਚਲੋ ਹੁਣੇ ਮੰਗਵਾ ਲੈਂਦੇ ਉਹਨੂੰ। ਕੈਦ ਚੋਂ ਮੰਗਵਾਇਆ ਗਿਆ, ਘੋੜਾ ਦਿੱਤਾ ਗਿਆ, ਬਰਸ਼ੀ ਦਿੱਤੀ ਤੇ ਕਿੱਲਾ ਗੜ ਦਿੱਤਾ ਗਿਆ। ਇਹਨੇ ਤੇਜ਼ ਘੋੜਾ ਭਜਾ ਕੇ ਮਹਿਮੇ ਨੇ ਉਹ ਕਿੱਲਾ ਪੁੱਟ ਲਿਆ। ਜਦੋਂ ਕਿੱਲਾ ਪੁੱਟ ਲਿਆ ਤੇ ਬੜੀ ਵਾਹ ਹੋਈ, ਚਾਰੇ ਪਾਸੇ ਸਾਰੇ ਲੋਕ ਵੇਖ ਰਹੇ ਸੀ। ਕਮਾਲ ਹੋ ਗਈ ਆ, ਇਹ ਪਹਿਲਾ ਸੂਰਮਾ ਨਿਤਰਿਆ ਜਿਹਨੇ ਕਿੱਲਾ ਪੁੱਟਿਆ। ਤੇ ਬੜੀ ਵਾਹ ਹੋਈ ਤੇ ਅਕਬਰ ਬਾਦਸ਼ਾਹ ਕਹਿੰਦਾ ਮੈਂ ਤੇਰੇ ਤੋਂ ਬੜਾ ਖੁਸ਼ ਹਾਂ, ਮੰਗ ਕੀ ਮੰਗਦਾ। ਇਹਨੇ ਫਿਰ ਸਾਰੀ ਵਾਰਤਾ ਦੱਸੀ ਆ ਇਹਨੇ ਰਾਏ ਮਹਿਮੇ ਨੇ ਕਿ ਮੇਰੇ ਭਰਾ ਨੇ ਹਸਨੇ ਨੇ ਮੇਰੇ ਨਾਲ ਬੜੀ ਮਾੜੀ ਗੱਲ ਕੀਤੀ ਹੈ। ਮੈਂ ਉਹਦੇ ਹੱਥ ਤੁਹਾਡੇ ਵਾਸਤੇ ਘਰ ਭੇਜਦਾ ਸੀ, ਪੈਸੇ ਭੇਜਦਾ ਸੀ, ਪਰ ਉਹ ਆਪਣਾ ਟੈਕਸ ਆਪਣਾ ਘਰ ਭਰ ਜਾਂਦਾ ਸੀ ਤੇ ਮੇਰਾ ਘਰ ਨਹੀਂ ਭਰ ਕੇ ਜਾਂਦਾ ਸੀ। ਉਹ ਬੜਾ ਕਪਟੀ ਹੈ। ਤੇ ਅਕਬਰ ਨੇ ਕਿਹਾ ਠੀਕ ਹੈ ਭਾਈ ਤੂੰ ਇੰਝ ਕਰ, ਮੇਰੇ ਕੋਲੋਂ ਸੈਨਾ ਲੈ ਜਾ ਤੇ ਤੂੰ ਉਸ ਕਪਟੀ ਨੂੰ ਜਿਵੇਂ ਤੇਰਾ ਮਨ ਆਉਂਦਾ ਉਵੇਂ ਕਰਕੇ ਤੇ ਉਹਨੂੰ ਸਜ਼ਾ ਦੇ। ਫਿਰ ਇਹ ਜਿਹੜਾ ਰਾਏ ਮਹਿਮਾ ਸੀ ਇਹਨੇ ਅਕਬਰ ਬਾਦਸ਼ਾਹ ਦੇ ਕੋਲੋਂ ਸੈਨਾ ਲਈ ਹੈ ਤੇ ਉਸ ਸੈਨਾ ਨੂੰ ਨਾਲ ਲਿਜਾ ਕੇ ਇਹਨੇ ਉਹਦੇ ਤੇ ਹਮਲਾ ਕੀਤਾ, ਰਾਏ ਹਸਨੇ ਦੇ ਉੱਤੇ। ਰਾਏ ਹਸਨੇ ਦੇ ਉੱਤੇ ਇਹਨੇ ਜਾ ਕੇ ਹਮਲਾ ਕੀਤਾ ਤੇ ਉਹਨੂੰ ਹਰਾ ਦਿੱਤਾ ਹੈ। ਹਰਾ ਕੇ ਉਹਨੂੰ ਵੀ ਇਸੇ ਤਰ੍ਹਾਂ ਜਿਵੇਂ ਇਹਨੂੰ ਕੈਦ ਕੀਤਾ ਸੀ ਉਸੇ ਤਰ੍ਹਾਂ ਇਹਨੇ ਸਾਰਾ ਉਹਦਾ ਰਾਜ ਜਿਹੜਾ ਸੀ ਖੋਹ ਲਿਆ। ਹਸਨੇ ਦਾ ਰਾਜ ਖੋਹ ਕੇ ਤੇ ਉਹਨੂੰ ਫਿਰ ਕੈਦ ਵਿੱਚ ਪਾ ਲਿਆ। ਤੇ ਕੈਦ ਵਿੱਚ ਪਾ ਕੇ ਮਹਿਮੇ ਨੂੰ ਇਹਨੇ ਫਿਰ ਉਸ ਤੋਂ ਬਾਅਦ ਉੱਥੇ ਰਾਜ ਕੀਤਾ। ਕੁਝ ਸਮਾਂ ਬੀਤਿਆ, ਫਿਰ ਇਹਦੇ ਮਨ 'ਚ ਦਇਆ ਆਈ ਹੈ ਇਸ ਰਾਜੇ ਮਹਿਮੇ ਦੇ ਕਿ ਫਿਰ ਕੀ ਸੀ, ਮੇਰਾ ਭਰਾ ਹੀ ਸੀ ਜੇ ਇਹਨੇ ਇੰਨਾ ਮਾੜਾ ਕਰਮ ਕੀਤਾ। ਫਿਰ ਇਹਨੇ ਉਹਨੂੰ ਛੱਡ ਦਿੱਤਾ ਤੇ ਅੱਧਾ ਜਿਹੜਾ ਰਾਜ ਭਾਗ ਜਿਹੜਾ ਆਪ ਸਾਂਭਿਆ ਸੀ ਇਹਨੇ ਫਿਰ ਉਹਨੂੰ ਵਾਪਸ ਕਰ ਦਿੱਤਾ। ਸੋ ਇਸ ਤਰ੍ਹਾਂ ਇਹਦੀ ਫਿਰ ਰਾਏ ਮਹਿਮੇ ਦੀ ਸਾਰੇ ਥਾਈਂ ਜੈ ਜੈਕਾਰ ਹੋਈ ਹੈ ਕਿ ਇਹਨੇ ਬੜਾ ਭਲਾ ਕਾਰਜ ਕੀਤਾ।
ਉਸ ਵਾਰ ਦੀ ਧੁਨੀ ਨੂੰ ਫਿਰ ਸਤਿਗੁਰਾਂ ਨੇ, ਜੋ ਇਹਦੀ ਮਹਿਮੇ ਦੀ ਹਸਨੇ ਦੀ ਦੋਵਾਂ ਦੀ ਲੜਾਈ ਹੋਈ ਹੈ, ਉਸ ਵਾਰ ਨੂੰ ਰਾਗੀਆਂ ਢਾਡੀਆਂ ਕਵੀਸ਼ਰਾਂ ਨੇ ਗਾਇਆ। ਉਸ ਵਾਰ ਦੇ ਜਿਹੜੇ ਸੀ ਧੁਨੀ ਸੀ, ਉਸ ਨੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਵਾਰ ਦੀ ਧੁਨੀ ਨੂੰ ਜਿਹੜਾ ਹੈ ਉਹ ਇਸ ਜੋ ਸਤਿਗੁਰਾਂ ਦੀ ਸਾਰੰਗ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਪਾਵਨ ਵਾਰ ਹੈ, ਉਸ ਵਾਰ ਦੇ ਉੱਤੇ ਮਹਾਰਾਜ ਨੇ ਚੜਾਉਣਾ ਕੀਤਾ ਹੈ। ਸੋ ਕੀ ਉਸ ਵਾਰ ਦਾ ਪੈਟਰਨ ਹੈ, ਕੀ ਉਸ ਵਾਰ ਦਾ ਜਿਹੜਾ ਸਿਰਲੇਖ ਹੈ, ਮੈਂ ਆਪ ਜੀ ਨਾਲ ਸਾਂਝਾ ਕਰ ਦੇਵਾਂ। ਸੋ ਆਪ ਜੀ ਦੀ ਸਕਰੀਨ ਉੱਪਰ ਹੈ ਸਾਧ ਸੰਗਤ ਇਹ ਰਾਏ ਹਸਨੇ ਮਹਿਮੇ ਦੀ ਵਾਰ ਦਾ ਜੋ ਸਾਧ ਸੰਗਤ ਨਮੂਨਾ ਹੈ। ਕੀ ਇਹਦੇ ਵਿੱਚ ਕਿਹਾ ਹੈ, ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਭੱਟੀ। ਮਹਿਮਾ ਤੇ ਹਸਨਾ ਦੋਵੇਂ ਰਾਜਪੂਤ ਨੇ, ਭਾਰੇ ਹਨ। ਰਾਏ ਜਾਤੀ ਨਾਲ ਸੰਬੰਧ ਰੱਖਣ ਵਾਲੇ, ਭੱਟੀ ਹਨ ਇਹ ਰਾਏ ਭੱਟੀ। ਤੇ ਹਸਨੇ ਬੇਈਮਾਨਗੀ ਨਾਲ ਮਹਿਮੇ ਥੱਟੀ। ਹਸਨੇ ਨੇ ਮਹਿਮੇ ਦੇ ਨਾਲ ਬੇਈਮਾਨੀ ਕੀਤੀ ਆ। ਤੇ ਫਿਰ ਉਸ ਤੋਂ ਬਾਅਦ ਭੇੜ ਦੋਹਾਂ ਦਾ ਮੱਚਿਆ ਸਰ ਵੱਗੇ ਫੱਟੀ। ਫਿਰ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ, ਸਰ ਵੱਗੇ ਫੱਟੀ। ਚੰਗਾ ਹੀ ਉੱਥੇ ਘਮਾਸਾਨ ਦਾ ਯੁੱਧ ਹੋਇਆ। ਮਹਿਮੇ ਪਾਈ ਫਤਿਹ ਰਣ ਗੱਲ ਹਸਨੇ ਘਟੀ। ਮਹਿਮੇ ਨੇ ਫਤਿਹ ਪਾ ਲਈ ਤੇ ਹਸਨੇ ਨੇ ਜਿਹੜੀ ਆ ਉਹਦੀ ਗੱਲ ਹਸਨੇ ਘਟੀ। ਹਸਨਾ ਜਿਹੜਾ ਉਹ ਨੀਵਾ ਹੋ ਗਿਆ, ਉਹਦੀ ਗੱਲ ਨਹੀਂ ਰਹੀ। ਬੰਨ ਹਸਨੇ ਨੂੰ ਛੱਡਿਆ ਜਸ ਮਹਿਮੇ ਖੱਟੀ। ਪਹਿਲਾਂ ਬੰਨ ਲਿਆ ਹਸਨੇ ਨੂੰ, ਫਿਰ ਛੱਡ ਦਿੱਤਾ ਹੈ। ਤੇ ਇਸ ਦੀ ਜਿਹੜੀ ਮਹਿਮਾ ਹੈ ਉਹ ਜੱਗ ਦੇ ਵਿੱਚ ਹੋਈ ਹੈ ਰਾਏ ਮਹਿਮੇ ਦੀ। ਸਾਰੇ ਜਗ੍ਹਾ ਦੇ ਵਿੱਚ ਇਹਦੀ ਫਿਰ ਮਹਿਮਾ ਖੱਟੀ, ਇਹਨੇ ਜਸ ਖੱਟਿਆ ਰਾਜੇ ਮਹਿਮੇ ਨੇ। ਸੋ ਇਸ ਤਰ੍ਹਾਂ ਸਾਧ ਸੰਗਤ ਇਸ ਵਾਰ ਦਾ ਜਿਹੜਾ ਹੈ ਉਹ ਸਤਿਗੁਰਾਂ ਨੇ ਸਰਲੇਖ ਸਾਰੰਗ ਦੀ ਜਿਹੜੀ ਵਾਰ ਹੈ ਮਹੱਲੇ ਚੌਥੇ ਦੀ 1237 ਅੰਗ ਦੇ ਉੱਪਰ ਇਹ ਸੁਭਾਇਮਾਨ ਹੈ ਵਾਰ। ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਧੁਨ। ਇਸ ਤਰ੍ਹਾਂ ਮਹਾਰਾਜ ਨੇ ਸਰਲੇਖ ਦਿੱਤਾ। ਇਸ ਵਾਰ ਦੀ ਪੌੜੀ ਕੀ ਹੈ? ਪਹਿਲੀ ਪੌੜੀ ਹੈ ਇਸ ਵਾਰ ਦੀ, ਸਤਿਗੁਰਾਂ ਨੇ ਇਸ ਵਾਰ ਦੀ ਪੌੜੀ ਅੰਦਰ ਕਿਹਾ, ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ। ਪਰਮੇਸ਼ਰ ਨੇ ਆਪਣੇ ਆਪ ਤੋਂ, ਉਸ ਨਿਰੰਜਨ ਨੇ ਆਪਣਾ ਆਪ ਉਪਾਇਆ ਹੈ, ਆਪਣਾ ਆਪ ਬਣਾਇਆ ਹੈ। ਆਪੇ ਖੇਲ ਰਚਾਏ ਉਹਨ ਸਭ ਜਗਤ ਸਬਾਇਆ। ਆਪਣਾ ਖੇਲ ਉਸ ਪਰਮੇਸ਼ਰ ਨੇ ਆਪ ਰਚਿਆ ਹੈ ਤੇ ਸਾਰਾ ਜਗਤ ਜਿਹੜਾ ਉਸ ਪਰਮੇਸ਼ਰ ਨੇ ਆਪ ਬਣਾਇਆ ਹੈ। ਤ੍ਰੈ ਗੁਣ ਆਪ ਸਿਰਜਨ ਮਾਇਆ ਮੋਹ ਵਧਾਇਆ। ਮਾਇਆ ਦੇ 3 ਗੁਣ ਪਰਮੇਸ਼ਰ ਨੇ ਪੈਦਾ ਕੀਤੇ ਆ, ਰਜੋ ਸਤੋ ਤੇ ਤਮੋ ਗੁਣ। ਇਹ ਆਪ ਹੀ ਉਸਨੇ ਸਿਰਜਣਾ ਕੀਤੇ ਆ। ਮਾਇਆ ਮੋਹ ਵਧਾਇਆ, ਜੀਵਾਂ ਦੇ ਤੇ ਮਾਇਆ ਤੇ ਮੋਹ ਦਾ ਜਿਹੜਾ ਪ੍ਰਭਾਵ ਵੱਧ ਗਿਆ ਪਰਮੇਸ਼ਰ ਨੇ ਵਧਾਇਆ ਹੈ ਆਪ ਹੀ। ਗੁਰ ਪ੍ਰਸਾਦੀ ਉੱਪਰੇ ਜਿਨ ਭਾਣਾ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਉਹ ਉੱਭਰ ਜਾਂਦੇ ਆ, ਬਚ ਜਾਂਦੇ ਆ, ਜਿਨ੍ਹਾਂ ਨੂੰ ਪਰਮੇਸ਼ਰ ਦਾ ਭਾਣਾ ਪਾ ਲੈਂਦਾ ਹੈ, ਜਿਹੜੇ ਵਾਹਿਗੁਰੂ ਦੇ ਹੁਕਮ 'ਚ ਚੱਲਦੇ ਆ। ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ। ਸਤਿਗੁਰੂ ਕਹਿੰਦੇ ਕਿ ਸੱਚ ਵਰਤਦਾ ਹੈ, ਪਰਮੇਸ਼ਰ ਸੱਚ ਵਰਤਾਉਂਦਾ ਹੈ ਤੇ ਸਭ ਸੱਚ ਸਮਾਇਆ। ਸਾਰਾ ਕੁਝ ਸੱਚ ਦੇ ਵਿੱਚ ਹੀ ਸਮਾ ਰਿਹਾ ਹੈ। ਸੋ ਇਸ ਤਰ੍ਹਾਂ ਸਤਿਗੁਰਾਂ ਨੇ ਇਹ ਪਹਿਲੀ ਪੌੜੀ ਹੈ ਇਸ ਵਾਰ ਦੀ। ਆਪ ਜੀ ਨੇ ਬਾਕੀ ਪੌੜੀਆਂ ਤੇ ਸਮੇਤ ਵਾਰ ਦੇ ਜ਼ਰੂਰ ਦਰਸ਼ਨ ਕਰਨੇ, ਜ਼ਰੂਰ ਇਹਨੂੰ ਪੜ੍ਹਨਾ। ਸੋ ਸਾਧ ਸੰਗਤ ਇਹ ਸੀ ਸਾਰੰਗ ਰਾਗ ਦੇ ਵਿੱਚ ਜੋ ਸਤਿਗੁਰਾਂ ਨੇ ਵਾਰ ਦਰਜ ਕੀਤੀ ਹੈ। ਰਾਏ ਮਹਿਮੇ ਹਸਨੇ ਦੀ ਵਾਰ ਦੀ ਧੁਨ ਜਿਹੜੀ ਚੜੀ, ਉਹਦੇ ਬਾਰੇ ਆਪਾਂ ਵਿਚਾਰ ਕੀਤੀ ਹੈ। ਅਗਲੀ ਜਿਹੜੀ ਸਾਧ ਸੰਗਤ ਵਾਰ ਹੈ ਮਲਾਰ ਰਾਗ ਦੇ ਵਿੱਚ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਵਾਰ ਹੈ ਪਾਵਨ ਵਾਰ। ਇਸ ਵਾਰ ਦਾ ਜੋ ਧੁਨੀ ਹੈ ਸਤਿਗੁਰਾਂ ਨੇ, ਉਹ ਧੁਨੀ ਹੈ ਰਾਣੇ ਕੈਲਾਸ਼ ਤਥਾ ਮਾਲਦੇਵ ਦੀ ਧੁਨੀ। ਮਾਲਦੇ ਤੇ ਕੈਲਾਸ਼, ਰਾਣਾ ਕੈਲਾਸ਼ ਦੇਵ ਤੇ ਰਾਣਾ ਮਾਲਦੇਵ, ਇਹਨਾਂ ਦੀਆਂ ਧੁਨੀਆਂ ਮਹਾਰਾਜ ਨੇ ਜਿਹੜੀਆਂ ਉਹ ਦਰਜ ਕੀਤੀ ਹੈ ਇਸ ਧੁਨੀ ਨੂੰ, ਇਹਨਾਂ ਦੀ ਵਾਰ ਦੀ ਧੁਨੀ ਨੂੰ। ਕੀ ਹੈ ਇਹਨਾਂ ਦੀ ਗਾਥਾ, ਜੋ ਲੋਕ ਗਾਥਾ ਉਸ ਸਮੇਂ ਸੀ। ਇਹ ਦੋਵੇਂ ਭਰਾ ਸੀ, ਵੱਡਾ ਸੀ ਰਾਣਾ ਕੈਲਾਸ਼ ਦੇਵ ਤੇ ਛੋਟਾ ਸੀ ਮਾਲਦੇਵ। ਤੇ ਇਹ ਜਹਾਂਗੀਰ ਦੇ ਵੇਲੇ ਹੋਏ ਆ ਦੋਵੇਂ ਰਾਜੇ। ਤੇ ਜਿਹੜਾ ਰਾਣਾ ਕੈਲਾਸ਼ ਦੇਵ ਸੀ ਤੇ ਰਾਣਾ ਮਾਲਦੇਵ ਸੀ, ਇਹ ਕਾਂਗੜੇ ਦੇ ਰਾਜੇ ਹੋਏ ਆ ਦੋਵੇਂ ਜਾਣੇ। ਤੇ ਸਾਧ ਸੰਗਤ ਜਦੋਂ ਇਹਨਾਂ ਦਾ ਪਿਓ ਚੜ੍ਹਾਈ ਕੀਤਾ ਹੈ, ਜਦੋਂ ਇਹਨਾਂ ਦੇ ਪਿਤਾ ਦੀ ਡੈਥ ਹੋਈ, ਤੇ ਜਿਹੜਾ ਵੱਡਾ ਸੀ ਰਾਣਾ ਕੈਲਾਸ਼ ਦੇਵ, ਇਹਨੇ ਕੀ ਕੀਤਾ ਕਿ ਜਿੰਨਾ ਵੀ ਸਾਰਾ ਰਾਜ ਸੀ ਉਹ ਆਪਣੇ ਅਧੀਨ ਕਰ ਲਿਆ। ਤੇ ਮਾਲਦੇਵ ਜਿਹੜਾ ਸੀ ਛੋਟਾ ਭਰਾ, ਉਹਨੂੰ ਇਹਨੇ ਕਿਹਾ ਵੀ ਮੈਂ ਤੈਨੂੰ ਕੁਛ ਨਹੀਂ ਦੇਣਾ। ਉਹਨੇ ਕਿਹਾ ਭਰਾ ਤੂੰ ਅੱਧਾ ਰਾਜ ਕਰ ਲਾ, ਅੱਧਾ ਤੂੰ ਮੈਨੂੰ ਦੇ ਦੇ, ਫੇਰ ਕਿਹੜੀ ਗੱਲ ਆ।
ਸਾਡੇ ਦੋਵਾਂ ਦੇ ਵੱਡੇ ਦਾ ਹਿੱਸਾ ਹੈ, ਆਪਣਾ ਪਿਤਾ ਦੀ ਮੌਤ ਤੋਂ ਬਾਅਦ ਹਿੱਸਾ ਬਣਦਾ ਹੈ। ਅੱਧਾ ਰਾਜ ਤੂੰ ਚਲਾਈ ਜਾ ਤੇ ਅੱਧਾ ਮੈਂ ਚਲਾਈ ਜਾਣਾ। ਪਰ ਇਹਨਾਂ ਗੱਲ ਮੰਨੀ ਨਾ, ਵੱਡੇ ਨੇ ਕੈਲਾਸ਼ ਨੇ ਮੰਨੀ ਨਾ ਕੈਲਾਸ਼ ਦੇਵ ਨੇ। ਜਦੋਂ ਗੱਲ ਨਾ ਮੰਨੀ ਤੇ ਕਾਫੀ ਸਮਾਂ ਬੀਤਿਆ। ਇਹਨਾਂ ਜਿਹੜਾ ਮਾਲਦੇਵ ਸੀ, ਇਹਨੇ ਕੀ ਕੀਤਾ, ਇਹਨੇ ਜਿੰਨੀ ਵੀ ਪ੍ਰਜਾ ਸੀ, ਜਿੰਨੇ ਵੀ ਲੋਕ ਸੀ, ਉਹਨਾਂ ਨੂੰ ਆਪਣੇ ਵੱਲ ਕਰ ਲਿਆ ਰਾਜਨੀਤੀ ਦੇ ਨਾਲ। ਤੇ ਜਿੰਨੀ ਵੀ ਸੈਨਾ ਸੀ ਇਹਦੇ ਨਾਲ, ਕੈਲਾਸ਼ ਦੇਵ ਦੇ ਨਾਲ, ਉਹਨਾਂ ਨੂੰ ਵੀ ਆਪਣੇ ਵੱਲ ਕਰ ਲਿਆ। ਤੇ ਸਮਾਂ ਬੀਤਿਆ, ਇਹਨੇ ਜਦੋਂ ਸਾਰੀ ਸੈਨਾ ਤੇ ਸਾਰੇ ਲੋਕ ਇਹਦੇ ਵੱਲ ਹੋ ਗਏ, ਫਿਰ ਇਹਨੇ ਜੰਗ ਕੀਤੀ ਆਪਣੇ ਭਰਾ ਦੇ ਨਾਲ, ਕੈਲਾਸ਼ ਦੇ ਨਾਲ, ਕੈਲਾਸ਼ ਦੇਵ ਦੇ ਨਾਲ। ਰਾਣੇ ਕੈਲਾਸ਼ ਦੇ ਨਾਲ ਰਾਣੇ ਮਾਲਦੇਵ ਦੀ ਜੰਗ ਹੋਈ ਹੈ। ਤੇ ਇਹਨੇ ਫਿਰ, ਰਾਣੇ ਮਾਲਦੇਵ ਨੇ, ਛੋਟਾ ਭਰਾ ਸੀ, ਇਹਨੇ ਫਿਰ ਵੱਡੇ ਭਰਾ ਆਪਣੇ ਨੂੰ ਕੈਦ ਕਰ ਲਿਆ। ਕੈਦ ਕਰਕੇ ਤੇ ਇਹਨੂੰ ਜਿਹੜਾ ਸੀ ਉਹ ਸੁੱਟ ਦਿੱਤਾ ਕੈਦ ਦੇ ਵਿੱਚ। ਤੇ ਆਪ ਇਹਨੇ ਸਾਰਾ ਰਾਜ ਭਾਗ ਸਾਂਭ ਲਿਆ। ਕਹਿੰਦੇ 1 ਸਾਲ ਇਹਨੇ ਲਗਾਤਾਰ ਜਿਹੜਾ ਸੀ ਉਹਨੂੰ ਕੈਦ ਵਿੱਚ ਰੱਖਿਆ, ਆਪਣੇ ਭਰਾ ਕੈਲਾਸ਼ ਨੂੰ। ਕੈਲਾਸ਼ ਦੇਵ ਨੂੰ 1 ਸਾਲ ਕੈਦ ਵਿੱਚ ਰੱਖਣ ਤੋਂ ਬਾਅਦ ਇਹਦੇ ਮਨ ਵਿੱਚ ਗੱਲ ਆਈ ਕਿ ਭਲਿਆ ਫਿਰ ਵੀ ਤੇਰਾ ਭਰਾ ਆ, ਮਾੜਾ ਹੈ ਚੰਗਾ ਆ, ਪਰ ਤੇਰਾ ਹੈ ਤੇ ਭਰਾ ਹੀ ਨਾ। ਤੇ ਜੇ ਉਹਨੇ ਤੇਰੇ ਨਾਲ ਵਧੀਕੀ ਕੀਤੀ ਆ, ਤੇ ਜੇ ਤੂੰ ਵੀ ਉਹਦੇ ਨਾਲ ਵਧੀਕੀ ਕੀਤੀ, ਫਿਰ ਤੇਰਾ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ। ਫਿਰ ਇਹਨੇ ਸੋਚਿਆ ਕਿ ਚਲੋ ਮੈਂ ਆਪਣੇ ਭਰਾ ਨੂੰ ਜਿਹੜਾ ਅੱਧਾ ਰਾਜ ਦੇ ਦਿੰਦਾ, ਉਹਦੇ ਵੀ ਅੱਧਾ ਰਾਜ ਇਹਦਾ ਬਣਦਾ, ਤੇ ਜੇ ਇਹ ਮੈਨੂੰ ਦਿੰਦਾ ਤੇ ਇਹਨੇ ਵੀ ਅੱਧਾ ਰਾਜ ਹੀ ਦੇਣਾ ਸੀ। ਤੇ ਇਸ ਕਰਕੇ ਇਹ ਸਾਡਾ, ਮੇਰਾ ਫਰਜ਼ ਬਣਦਾ ਕਿ ਮੈਂ ਇਹਨੂੰ ਅੱਧਾ ਰਾਜ ਦੇਵਾਂ। ਇਹਨੇ ਫਿਰ 1 ਸਾਲ ਬਾਅਦ ਆਪਣੇ ਭਰਾ ਨੂੰ ਜੇਲ੍ਹ ਦੇ ਵਿੱਚੋਂ ਕੱਢਿਆ। ਤੇ ਇਹਦੇ ਭਰਾ ਨੇ ਫਿਰ ਇਹ ਤੋਂ ਮਾਫੀ ਮੰਗੀ ਹੈ ਕਿ ਮੈਂ ਤੇਰੇ ਨਾਲ ਮਾੜੀ ਕੀਤੀ, ਗਲਤ ਕੀਤੀ ਹੈ, ਤੂੰ ਮੈਨੂੰ ਮਾਫ ਕਰ ਦੇ। ਫਿਰ ਇਹਨੇ, ਰਾਣੇ ਮਾਲਦੇਵ ਨੇ, ਆਪਣੇ ਭਰਾ ਕੈਲਾਸ਼ ਦੇਵ ਨੂੰ ਮਾਫ ਕੀਤਾ। ਤੇ ਫਿਰ ਇਹ ਜਿਹੜਾ ਅੱਧਾ ਰਾਜ ਸੀ ਉਹ ਇਹਨੇ ਆਪਣੇ ਭਰਾ ਨੂੰ ਦਿੱਤਾ, ਤੇ ਨਾਲ ਸਮਝਾਇਆ ਕਿ ਧਰਮ ਦਾ ਰਾਜ ਕਰਨਾ ਹੀ, ਕੋਈ ਮਾੜਾ ਰਾਜ ਨਹੀਂ ਕਰਨਾ। ਜੇ ਫਿਰ ਤੂੰ ਉਸੇ ਤਰ੍ਹਾਂ ਕੀਤਾ ਤੇ ਮੈਂ ਫਿਰ ਤੈਨੂੰ ਜਿਹੜਾ ਕੈਦ ਵਿੱਚ ਪਾਵਾਂਗਾ। ਫਿਰ ਇਹ ਦੋਵਾਂ ਭਰਾਵਾਂ ਦੀ ਸੁਲਾਹ ਹੋਈ ਤੇ ਫਿਰ ਇਹਨਾਂ ਨੇ ਅੱਧਾ ਅੱਧਾ ਜਿਹੜਾ ਰਾਜ ਕੀਤਾ। ਤੇ ਉਸ ਸਮੇਂ ਇਹਨਾਂ ਦੀ ਜਿਹੜੀ ਜੰਗ ਹੋਈ ਸੀ, ਆਪਸ ਦੇ ਵਿੱਚ ਦੋਵੇਂ ਭਰਾ ਲੜੇ ਸੀ। ਉਸ ਜੰਗ ਦੀ ਵਾਰਤਾ ਨੂੰ ਜਿਹੜਾ ਸੀ ਕਵੀਆਂ ਨੇ, ਕਵੀਸ਼ਰਾਂ ਨੇ ਲਿਖਣਾ ਕੀਤਾ। ਤੇ ਉਸ ਵਾਰ ਦੀ ਜਿਹੜੀ ਧੁਨੀ ਹੈ, ਉਹ ਸਤਿਗੁਰਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਇਹ ਜਿਹੜੀ ਮਲਾਰ ਰਾਗ ਦੀ ਵਾਰ ਹੈ, ਇਸਦੇ ਉੱਪਰ ਸਤਿਗੁਰਾਂ ਨੇ ਚੜਾਉਣੀ ਕੀਤੀ ਹੈ, ਜੋ ਪਹਿਲੇ ਮਹੱਲੇ ਦੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰ ਹੈ। ਸੋ ਇਸ ਵਾਰ ਦਾ ਇਹ ਸਾਧ ਸੰਗਤ ਥੋੜਾ ਨਮੂਨਾ ਹੈ। ਵਾਰ ਰਾਣੇ ਕੈਲਾਸ਼ ਤਥਾ ਮਾਲਦੇਵ ਕੀ, ਧਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ, 900 ਨਦੀ 99, ਰਾਣਾ ਜਲ ਕੰਬਰ, ਢੁੱਕਾ ਰਾਏ ਅਮੀਰ ਦੇਵ, ਕਰ ਮੇਘ ਅਡੰਬਰ, ਆਡਤ ਖੰਡਾ ਰਾਣੀਆਂ ਕੈਲਾਸ਼ੇ ਅੰਦਰ, ਬਿਜਲ ਜਿਉ ਚਲਕਾਣੀਆਂ ਤੇਗਾਂ ਵਿੱਚ ਅੰਬਰ, ਮਾਲਦੇਵ ਕੈਲਾਸ਼ ਨੂੰ ਬੰਨਿਆ ਕਰ ਸੰਗਰ, ਕਰ ਅੱਧਾ ਧਨ ਮਾਲ ਦੇ ਛੱਡਿਆ ਗੜ ਅੰਦਰ, ਮਾਲਦੇਵ ਜਸ ਖੱਟਿਆ ਜੋ ਸ਼ਾਹ ਸਿਕੰਦਰ। ਕਹਿੰਦੇ ਆ ਕਿ ਮਾਲਦੇਵ ਨੇ ਕੈਲਾਸ਼ ਨੂੰ ਬੰਨ ਲਿਆ, ਲੜਾਈ ਹੋਈ ਆ ਬੜੀ, ਇਹਨੂੰ ਬੰਨ ਲਿਆ ਤੇ ਫਿਰ ਉਸ ਤੋਂ ਬਾਅਦ ਫਿਰ ਇਹਨੂੰ ਅੱਧਾ ਧਨ ਮਾਲ ਦੇ ਕੇ ਛੱਡ ਵੀ ਦਿੱਤਾ। ਤੇ ਫਿਰ ਮਾਲਦੇਵ ਨੇ ਜਿਹੜਾ ਸੀ ਉਹ ਜਸ ਖੱਟਿਆ ਜੋ ਸ਼ਾਹ ਸਿਕੰਦਰ, ਜਿਵੇਂ ਸਿਕੰਦਰ ਸ਼ਾਹ ਨੇ ਜੋ ਸਿਕੰਦਰ ਬਹਿਰੀਮ ਦੀ ਧੁਨੀ ਆ, ਉਸੇ ਤਰ੍ਹਾਂ ਜਿਹੜਾ ਹੈ ਸਿਕੰਦਰ ਨੇ ਜਿਵੇਂ ਜਸ ਖੱਟਿਆ, ਉਸੇ ਤਰ੍ਹਾਂ ਮਾਲਦੇਵ ਨੇ ਜਸ ਖੱਟਿਆ। ਸੋ ਸਾਧ ਸੰਗਤ, ਇਹ ਸਤਿਗੁਰਾਂ ਨੇ ਵਾਰ ਦੀ ਧੁਨੀ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜੋ ਵਾਰ ਹੈ ਉਹਦੇ ਵਿੱਚ ਦਰਜ ਕੀਤੀ ਹੈ। 1278 ਅੰਗ ਦੇ ਉੱਪਰ ਪਾਵਨ ਵਾਰ ਆਰੰਭ ਹੁੰਦੀ ਹੈ। ਵਾਰ ਮਲਾਰ ਕੀ ਮਹੱਲਾ ਪਹਿਲਾ, ਰਾਣੇ ਕੈਲਾਸ਼ ਤਥਾ ਮਾਲਦੇ ਕੀ ਧੁਨ। ਰਾਣੇ ਕੈਲਾਸ਼ ਤਥਾ ਮਾਲਦੇ ਦੀ ਧੁਨ, ਇਸ ਤਰ੍ਹਾਂ ਕਰਕੇ ਸਿਰਲੇਖ ਮਹਾਰਾਜ ਨੇ ਦਿੱਤਾ। ਫਿਰ ਉਸ ਤੋਂ ਬਾਅਦ ਇਹਦੀ ਜਿਹੜੀ ਪੌੜੀ ਹੈ ਉਹਦੇ ਵਿੱਚ ਸਤਿਗੁਰੂ ਜੀ ਦੱਸਦੇ ਆ, ਪੌੜੀ ਆਪ ਪੀਨੈ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਣਿਆ, ਚੰਦ ਸੂਰਜ ਚੰਦ ਉਪਾਏ ਜੋਤ ਸਮਾਣਿਆ, ਕੀਏ ਰਾਤ ਦਿਨੰਤ ਚੋਜ ਵਿਡਾਣਿਆ, ਤੀਰਥ ਧਰਮ ਵਿਚਾਰ ਨਾਵਨਪੁਰ ਬਾਣਿਆ, ਸਰ ਤੁਧ ਸਰ ਅਵਰ ਨਾ ਕੋਏ, ਤੁਧ ਸਰ ਅਵਰ ਨਾ ਕੋਏ ਕਿ ਆਖ ਵਖਾਣਿਆ, ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਪਰਮੇਸ਼ਰ ਨੇ ਆਪਣੇ ਆਪ ਤੋਂ ਆਪਾ ਸਾਜਿਆ, ਆਪ ਪਛਾਣਿਆ, ਆਪ ਹੀ ਉਹਨੇ ਆਪਣੇ ਆਪ ਨੂੰ ਪਛਾਣਿਆ।
ਧਰਤੀ ਅੰਬਰ ਤੇ ਧਰਤੀ ਨੂੰ ਵਿਛੋੜ ਕੇ ਵੱਖ ਕਰਕੇ ਚੰਦੋਆ ਤਾਣਿਆ ਉੱਪਰ ਪਰਮੇਸ਼ਰ ਨੇ ਇਹ ਸਾਰਾ ਅੰਬਰ ਬਣਾ ਕੇ ਇਸ ਧਰਤੀ ਦੇ ਉੱਤੇ ਤਾਣਿਆ ਹੋਇਆ। ਵਿੜ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਨਿਆ, ਇਹ ਜਿਹੜਾ ਗਗਨ ਹੈ ਆਕਾਸ਼ ਹੈ ਬਿਨਾਂ ਥੰਮਾ ਤੋਂ ਪਰਮੇਸ਼ਰ ਨੇ ਰੱਖਣਾ ਕੀਤਾ ਹੈ। ਚੰਦ ਸੂਰਜ ਉਪਾਏ ਜੋਤ ਸਮਾਣਿਆ, ਚੰਦ ਤੇ ਸੂਰਜ ਪਰਮੇਸ਼ਰ ਨੇ ਬਣਾਏ ਆ, ਜੋਤ ਸਮਾਣਿਆ ਇਹਦੇ ਵਿੱਚ ਵੀ ਜੋਤੀ ਜਿਹੜੀ ਪਰਮੇਸ਼ਰ ਦੀ ਆਪਣੀ ਹੈ। ਕੀਏ ਰਾਤ ਦਿਨੰਤ ਜੋਜ ਵਿਡਾਣਿਆ, ਪਰਮੇਸ਼ਰ ਨੇ ਬੜਾ ਵਿਡਾਣ ਜੋਜ ਹੈ ਦਿਨ ਤੇ ਰਾਤ ਬਣਾਏ ਆ। ਤੀਰਥ ਧਰਮ ਵਿਚਾਰ ਨਾਵਣ ਕੁਰਬਾਨਿਆ, ਤੀਰਥਾਂ ਦੇ ਉੱਤੇ ਲੋਕੀ ਧਰਮ ਦੀ ਵਿਚਾਰ ਕਰਦੇ ਆ, ਨਹਾਉਂਦੇ ਆ, ਉਹਨਾਂ ਦੇ ਉੱਤੇ ਕੁਰਬਾਨੀਆਂ ਇਕੱਠੇ ਹੁੰਦੇ ਆ। ਤੁਧ ਸਰ ਅਵਰ ਨਾ ਕੋਏ ਕਿ ਆਕ ਵਖਾਣਿਆ, ਮਾਰੇ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ, ਤੈਨੂੰ ਕੀ ਆ ਕੇ ਵਖਾਣਿਆ ਜਾਵੇ, ਕੀ ਆ ਕੇ ਤੇਰਾ ਗੁਣਗਾਨ ਕੀਤਾ ਜਾਵੇ। ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ, ਇਹ ਪਰਮੇਸ਼ਰ ਵਾਹਿਗੁਰੂ ਜੀ ਸੱਚਾ ਤਖਤ ਨਿਵਾਸ, ਤੇਰਾ ਜਿਹੜਾ ਨਿਵਾਸ ਉਹ ਸੱਚੇ ਤਖਤ ਦੇ ਉੱਪਰ ਹੈ। ਬਾਕੀ ਜਿਹੜਾ ਸੰਸਾਰ ਹੈ ਹੋਰ ਆਵਣ ਜਾਣਿਆ, ਬਾਕੀ ਸੰਸਾਰ ਆਉਣ ਜਾਣ ਵਾਲਾ ਹੈ, ਖਤਮ ਹੋਣ ਵਾਲਾ ਹੈ। ਸੋ ਇਸ ਤਰ੍ਹਾਂ ਇਸ ਵਾਰ ਦੀਆਂ ਬਾਕੀ ਪੌੜੀਆਂ ਵੀ ਆਪ ਜੀ ਨੇ ਜ਼ਰੂਰ ਪੜ੍ਹ ਲੈਣੀਆਂ। ਬਾਕੀ ਸਲੋਕਾਂ ਦੇ ਸਮੇਤ ਪੌੜੀਆਂ ਹਨ ਵਾਰ ਦੀਆਂ, ਤੇ ਆਪ ਜੀ ਨੇ ਸਲੋਕਾਂ ਸਮੇਤ ਇਸ ਵਾਰ ਨੂੰ ਜ਼ਰੂਰ ਪੜ੍ਹਨ ਦਾ ਯਤਨ ਕਰਨਾ। ਬਹੁਤ ਸੁੰਦਰ ਵਾਰ ਹੈ। ਸਤਿਗੁਰਾਂ ਨੇ ਇਸ ਵਾਰ ਦੇ ਅੰਦਰ ਕਰਮ ਕਾਂਡਾਂ ਦਾ ਜਿਹੜਾ ਹੈ ਉਹ ਬੜਾ ਵੱਡੇ ਪੱਧਰ ਦੇ ਉੱਤੇ ਸਤਿਗੁਰਾਂ ਨੇ ਉਹਨਾਂ ਦੇ ਬਾਰੇ ਟਿੱਪਣੀਆਂ ਕੀਤੀਆਂ ਹਨ ਇਸ ਵਾਰ ਦੇ ਅੰਦਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਨੇ ਜ਼ਰੂਰ ਇਸ ਵਾਰ ਦੇ ਦਰਸ਼ਨ ਕਰਨੇ। ਸੋ ਅਗਲੀ ਜਿਹੜੀ ਅਖੀਰਲੀ ਤੇ 9ਵੀਂ ਧੁਨੀ ਹੈ ਸਾਧ ਸੰਗਤ, ਉਹ ਹੈ ਕਾਨੜੇ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਦੀ ਵਾਰ ਹੈ। ਇਹਦੇ ਉੱਪਰ ਜਿਹੜੀ ਧੁਨੀ ਹੈ ਮੂਸੇ ਦੀ ਵਾਰ ਦੀ ਧੁਨੀ ਹੈ। ਮੂਸਾ ਹੋਇਆ ਇੱਕ, ਉਹਦੀ ਵਾਰ ਦੀ ਧੁਨੀ ਮਹਾਰਾਜ ਨੇ ਦਰਜ ਕੀਤੀ ਹੈ। ਕੌਣ ਸੀ ਮੂਸਾ, ਇਹਦੀ ਕੀ ਗਾਥਾ ਹੈ ਸਾਧ ਸੰਗਤ? ਇਹ ਜਿਹੜਾ ਮੂਸਾ ਹੈ ਇਹ ਇੱਕ ਕਹਿੰਦੇ ਆ ਕਿ ਇੱਕ ਪਠਾਨ ਹੋਇਆ, ਬਹੁਤ ਬਹਾਦਰ ਪਠਾਨ ਸੀ ਇਹ। 360 ਘੋੜਸਵਾਰ ਦੇ ਨਾਲ ਰਹਿੰਦੇ ਸਨ। ਰਾਜਗੜ੍ਹ ਦੇ ਵਿੱਚ ਇੱਕ ਗੁਰੀਆ ਨਗਰ ਸੀ, ਉੱਥੋਂ ਦਾ ਇਹ ਜਿਹੜਾ ਸੀ ਮੇਨ ਕਹਿ ਲਓ ਉੱਥੋਂ ਦਾ ਸੂਬੇਦਾਰ ਸੀ ਇਹ ਜਿਹੜਾ ਮੂਸਾ ਸੀ। ਬੜਾ ਬਹਾਦਰ ਸੀ, ਬੜੀ ਪ੍ਰਸਿੱਧੀ ਸੀ ਆਸੇ ਪਾਸੇ, ਲੋਕ ਇਹਦਾ ਬੜਾ ਮਾਣ ਤਾਣ ਕਰਦੇ ਸਨ। ਜਦੋਂ ਵੀ ਕਿਸੇ ਨੂੰ ਲੋੜ ਹੁੰਦੀ ਸੀ ਉਹ ਇਸ ਮੂਸੇ ਦੇ ਕੋਲ ਜਾਂਦਾ ਤੇ ਇਹ ਉਹਦਾ ਮਤਲਬ ਹਰ ਪੱਖੋਂ ਹਰ ਕਿਸੇ ਦੀ ਸਹਾਇਤਾ ਕਰਦਾ ਸੀ। ਤੇ ਇਹਦਾ ਕੀ ਹੋਇਆ ਕਿ ਇਹਦਾ ਵਿਆਹ ਹੋਣਾ ਸੀ, ਇਹਨੇ ਮੰਗਣੀ ਕਰਵਾਈ ਆਪਣੀ ਕਿਸੇ ਪਿੰਡ ਦੇ ਵਿੱਚ। ਉਸ ਨਗਰ ਦੀ ਇੱਕ ਸੁੰਦਰ ਲੜਕੀ ਦੇ ਨਾਲ ਇਹਦੀ ਮੰਗਣੀ ਹੋ ਗਈ, ਪਰਿਵਾਰ ਨੇ ਹਾਂ ਕਰ ਦਿੱਤੀ, ਸਾਰਾ ਕੁਝ ਹੋ ਗਿਆ। ਸਮਾਂ ਪਾ ਕੇ ਇਹਨਾਂ ਕਿਹਾ ਚਲੋ ਵਿਆਹ ਕਰ ਦਾਂਗੇ। ਸਮਾਂ ਬੀਤਿਆ, ਉਸ ਪਿੰਡ ਦੇ ਵਿੱਚ ਕੋਈ ਸੌਦਾਗਰ ਆਇਆ ਜਿੱਥੋਂ ਦੀ ਇਹਦੀ ਪਤਨੀ ਸੀ, ਜਿੱਥੇ ਇਹਨੇ ਵਿਆਹ ਕੇ ਲੈ ਕੇ ਆਉਣੀ ਸੀ ਜਿੱਥੋਂ। ਉੱਥੇ ਇੱਕ ਸੌਦਾਗਰ ਆਇਆ, ਉਹ ਵੀ ਪਠਾਨ ਸੀ, ਧਨ ਪਦਾਰਥ ਬੜਾ ਸੀ, ਪੈਸਾ ਉਹਦੇ ਕੋਲ ਬਹੁਤ ਸੀ। ਉਹਨੇ ਕੀ ਕੀਤਾ ਕਿ ਉਹਨੇ ਦੇਖਿਆ ਇਹਦੀ ਘਰਵਾਲੀ ਨੂੰ, ਇਹਦੀ ਪਤਨੀ ਨੂੰ, ਜਿਹੜੀ ਇਹਦੀ ਪਤਨੀ ਹੋਣ ਵਾਲੀ ਪਤਨੀ ਸੀ, ਉਹਨੂੰ ਦੇਖਿਆ ਤੇ ਇਹਨੇ ਜਿਹੜਾ ਸੌਦਾਗਰ ਸੀ ਇਹਦਾ ਮਨ ਉੱਤੇ ਮੋਹਿਤ ਹੋ ਗਿਆ। ਇਹਨੇ ਕੀ ਕੀਤਾ, ਜਿਹੜਾ ਸੌਦਾਗਰ ਸੀ ਇਹਨੇ ਉਹਦੇ ਮਾਪਿਆਂ ਨੂੰ ਵਰਗਲਾ ਲਿਆ। ਉਹਨਾਂ ਨੂੰ ਕਿਹਾ ਕਿ ਤੁਸੀਂ ਇੰਝ ਕਰੋ, ਆਪਣੀ ਧੀ ਦਾ ਰਿਸ਼ਤਾ ਮੇਰੇ ਨਾਲ ਕਰ ਦਿਓ ਤੇ ਤੁਸੀਂ ਜਿਹੜਾ ਵੀ ਜਿੰਨਾ ਵੀ ਧਨ ਪਦਾਰਥ ਕਹੋਗੇ ਉਹ ਤੁਹਾਨੂੰ ਦੇ ਦਿੱਤਾ ਜਾਊਗਾ, ਤੁਸੀਂ ਆਪਣੀ ਲੜਕੀ ਦਾ ਰਿਸ਼ਤਾ ਮੇਰੇ ਨਾਲ ਕਰ ਦਿਓ। ਪਰਿਵਾਰ ਥੋੜਾ ਗਰੀਬ ਸੀ, ਇਹਨਾਂ ਨੇ ਗੱਲ ਮੰਨ ਲਈ, ਪੈਸੇ ਲੈ ਕੇ ਆਪਣੀ ਲੜਕੀ ਦਾ ਰਿਸ਼ਤਾ ਉਸ ਸੌਦਾਗਰ ਨਾਲ ਕਰ ਦਿੱਤਾ। ਉਹ ਜਿਹੜਾ ਸੌਦਾਗਰ ਸੀ ਉਹ ਵਿਆਹ ਕੇ ਤੇ ਇਹਦੀ ਘਰਵਾਲੀ ਜਿਹੜੀ ਹੋਣ ਵਾਲੀ ਘਰਵਾਲੀ ਸੀ, ਪਤਨੀ ਸੀ ਇਹਦੀ, ਇਹਨੂੰ ਲੈ ਗਿਆ ਵਿਆਹ ਕੇ। ਜਦੋਂ ਲੈ ਗਿਆ ਤੇ ਇੱਧਰ ਇਸ ਮੂਸੇ ਨੂੰ ਕਿਸੇ ਨੇ ਕਿਹਾ ਕਿ ਤੂੰ ਵੱਡਾ ਬਣਿਆ ਫਿਰਦਾ ਹੈ, 360 ਘੋੜਸਵਾਰ ਤੂੰ ਰੱਖੇ ਆ ਤੇ ਤੇਰਾ ਕੀ ਫਾਇਦਾ ਜਿਉਣ ਦਾ। ਕਹਿੰਦਾ ਕੀ ਗੱਲ ਹੋਈ? ਕਹਿੰਦਾ ਤੇਰੀ ਪਤਨੀ ਨੂੰ ਤਾਂ ਕੋਈ ਹੋਰ ਵਿਆਹ ਕੇ ਲੈ ਗਿਆ। ਜਦੋਂ ਇੰਨੀ ਗੱਲ ਪਈ ਕੰਨਾਂ ਦੇ ਵਿੱਚ, ਜਦੋਂ ਮਿਹਣਾ ਵੱਜਾ, ਇਹਨੇ ਫਿਰ ਆਪਣੇ ਨਾਲ ਦੇ ਸਾਰੇ ਘੋੜਸਵਾਰ ਲਏ, ਸਾਰਿਆਂ ਨੂੰ ਲਿਆ, ਆਪਣੀ ਫੌਜ ਲਈ ਤੇ ਉਹ ਸੌਦਾਗਰ ਦੇ ਵੱਲ ਇਹਨੇ ਧਾਵਾ ਬੋਲਿਆ। ਉੱਥੇ ਜਾ ਕੇ ਇਹਨੇ ਜੰਗ ਕੀਤੀ, ਲੜਾਈ ਕੀਤੀ ਤੇ ਜਿਹੜੀ ਇਹਦੀ ਘਰਵਾਲੀ ਹੋਣ ਵਾਲੀ ਘਰਵਾਲੀ ਸੀ ਉਹਨੂੰ ਇਹ ਛੁਡਾ ਕੇ ਫੜ ਕੇ ਤੇ ਉੱਥੋਂ ਲੈ ਆਇਆ। ਵਿਆਹ ਹੋਇਆ ਸੀ, ਉੱਥੋਂ ਫੜ ਕੇ ਲੈ ਆਇਆ ਆਪਣੇ ਰਾਜ ਦੇ ਵਿੱਚ। ਜਦੋਂ ਰਾਜ ਦੇ ਵਿੱਚ ਲੈ ਕੇ ਆਇਆ ਤੇ ਇਹਨੇ ਉਹਨੂੰ ਪੁੱਛਿਆ ਕਿ ਚੱਲ, ਉਹਨੇ ਸੋਚਿਆ ਕਿ ਚਲੋ ਇਹ ਹੁਣ ਆਈ ਹੈ ਤੇ ਮੈਨੂੰ ਪੁੱਛ ਲਵਾਂ ਵੀ ਇਹਦੀ ਕੀ ਇੱਛਾ। ਇਹਨੇ ਉਸ ਲੜਕੀ ਨੂੰ ਪੁੱਛਿਆ, ਉਸ ਔਰਤ ਨੂੰ, ਕਹਿੰਦਾ ਵੀ ਤੇਰੀ ਕੀ ਇੱਛਾ ਹੈ, ਤੂੰ ਉਸ ਸੌਦਾਗਰ ਦੇ ਨਾਲ ਰਹਿਣਾ ਚਾਹੁੰਦੀ ਹੈ ਜਾਂ ਮੇਰੇ ਨਾਲ ਰਹਿਣਾ ਚਾਹੁੰਦੀ ਹੈ? ਉਹ ਬੜੀ ਧਰਮੀ ਔਰਤ ਸੀ, ਬੜੀ ਚੰਗੀ ਸੀ। ਉਹ ਕਹਿੰਦੀ ਕਿ ਮੂਸਿਆ ਗੱਲ ਇੰਝ ਹੈ ਕਿ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਜਿਹੜਾ ਹੈ ਨਾ ਉਹ ਪੈਸੇ ਲੈ ਕੇ ਕੀਤਾ।
पर हुण मेरा पति जिहड़ा है ना वो सौदागर ही है, क्योंकि मैं उहदे नाल विआही गई हाँ। हुण मेरा धर्म बनदा कि मैं उहदे कोल रवां। ठीक है, अपने दोवां दी मंगणी होई सी किसी समय, ते तू मैनूं नहीं विआह के लैके गया आ, ते वो गल अलग है। पर हुण मैं उहदी पत्नी हाँ, ते जे तू, बाकी तेरी मर्जी है, हुण तू मैनूं कैद करके लै आया, ते तू जो मर्जी करे वो तेरी मर्जी, तेरी इच्छा है, जिवें तू करना चाहें कर सकदा। पर मेरा मन यही कहता कि मैं उहदी धर्म पत्नी हाँ, ते मैं उहदी हो के रहना, हुण मैं होर किसी दी नहीं होना। ते हुण तेरी अगे मर्जी है, तू की करना। राज इस मूसे के मन के गल वजी है कि वाकई ये तो बड़ी धर्मी औरत है, इन्हें तो बड़ी सोहनी गल कही है। इन्हें फिर की किया कि उस सौदागर नूं बुलाया, जिहदे कोल पत्नी खो के लिया सी, उन्होंने बुलाया, तो उन्होंने दोवां नूं फिर अपने घर दे विच इहने धन पदार्थ दे के ते उन्हां नूं प्यार दे नाल फिर आप विदा कीतिया घरों कि हाँ तुसी मतलब आपस दे विच पति पत्नी हो, तो ये बहुत चंगी औरत है। इस करके उस औरत दे औरत ने इहदे मन नूं बदल दिता। फिर सारे जग दे विच इहदी शोभा होई है मूसे दी कि मूसे ने बड़ा सोहना कारज किया, एक औरत नूं उहदे पति नूं ही वापस कर दिता। सो इहदी जिहड़ी वार दी वो एक भला मनुख होण करके महाराज ने दर्ज की है। जिहड़ी कानड़े की वार है उहदे उपर महाराज ने इसका सिरलेख दे करके मूसे की वार की धुनी उस वार के उत्ते जिहड़ी दर्ज की। उस समय फिर ढाडियां ने इहनूं एक चंगा मनुख जान के इहदी उस्तत की मूसे की। फिर उसे नूं सतगुरां ने दर्ज किया। की सिरलेख है इहदा, की इहदा विशा है, आपां थोड़ा जिहा विचार लईए साध संगत। ये है वार मूसे की। 360 मरातबा एक घुरिया डगे, चढ़िया मूसा पातशाह सुनिया सब जगे। दंद चिट्टे वड हाथियां कहो कित वर्गे, रुत पछाती बगलियां कट काली बगे। यही कीती मूसिया किन करी न अगे। कहते 360 मुरातबा सी इहदे कोल, घोड़े घोड़े सी, घोड़सवार सन। एक घुरिया डगे, ये मतलब बड़ा ये आप बली सी, बहादुर सी, एक आप सी। चढ़िया मूसा पातशाह सुनिया सब जगे, कि चढ़िया मूसा जिहड़ा है ये जंग के मैदान में चढ़िया जाके सौदागर के वल नूं, सारे जग च रौला पै गया कि मूसा जिहड़ा है वो अपनी घरवाली नूं उत्थों उधाल के लैके आएगा, खो के लैके आएगा। दंद चिट्टे वड हाथियां कहो कित वर्गे। इस तरह कहते इहदा जिहड़ा सी जस सी उस समय, जिवें चिट्टे दंद हाथियां दे होण वड कहो कित वर्गे। की कहा जाए इहदे बारे। सुन पछाती बगलियां घट काली बगे, कहते रुत पछाती बगलियां, जिहड़े बगले सन उन्हां रुत पछाणी, वो घटां दे विच घट काली बगे, घटां दे विच लुक गए। इस तरह जिहड़ा सी इहदी सैना उस समय लड़ी के जिहड़े सी सिपाही वो भी आपस दे विच उन्हां जिवें धूड़ उड़दी है तो सारे रुक जाते हैं ना, सारे इस तरह लुक गए। यही कीती मूसिया किन करी ना अगे, कहते अजिही मूसे ने कारज किया कि जिहड़ी अज तक किसी ने कीती ना होवे। मूसे ने इन्नी दयालता दिखाई कि उस औरत नूं लै भी आया, तो फिर उस औरत नूं ने बिना किसी कारण तो उस औरत नूं जिहड़ा छड्ड भी दिता, उहदे पति दे नाल नूं वापस भेज दिता। सो सतगुरां ने इसे ही कानड़े की वार दे विच इसे ही वार की धुनी नूं चढ़ाया है। कानड़े की वार 1312 अंग के उपर सुभाईमान है, दर्ज है गुरु ग्रंथ साहब जी के महले चौथे की वार है। मूसे की वार की धुनी, मूसे की वार की धुनी ये उपर सतगुरां ने दर्ज करनी की है। सो की है पौड़ी, आपां विचारीए। सतगुरु बख्शिश करते हैं पौड़ी। तू आपे ही सिद्ध साधको, तू आपे ही जुग जोगिया, तू आपे ही रस रसियड़ा, तू आपे ही भोग भोगिया, तू आपे आप वरतदा, तू करे तू आपे करे सो होगिया। सत संगत सतगुर धन धनो, धन धन धनो, जित मिल हर बुलग बलुकिया। सब कहो मुखो हर हर हरे, हर हर हरे, हर बोलत सब पाप लहो किया। हे परमेश्वर वाहिगुरु जी, तू आपे ही सिद्ध है, साधक है, तू आपे ही जोगी है। जुगा जुगा तो तू ही जोगी है, तो तू ही सिद्ध है, तू ही साधक है। तू आपे ही रस भोगण वाला है, गृहस्थी हो गए, तू आपे ही भोग भोगिया, तू आप ही भोग रहा है सारा कुछ गृहस्थी हो के। तू आपे ही आप वरतदा, तू आपे करे सो हो गया, तू आपे ही सब जगह के उत्ते वरत रहा है वाहिगुरु, तू आपे करे सो हो गया। तू जो करता है वही संसार दे विच हुंदा है।
ਸਤ ਸੰਗਤ ਸਤਿਗੁਰ ਧਨ ਧਨੋ, ਧਨ ਧਨ ਧਨੋ ਜਿਤ ਮਿਲ ਹਲ ਬੁਰਗ ਬਲੋਕੀਆ। ਸਤ ਸੰਗਤ ਤੇ ਸਤਿਗੁਰੂ ਧਨ ਹਨ, ਧਨ ਹਨ, ਧਨ ਹਨ, ਧਨ ਕਹਿਣਾ ਚਾਹੀਦਾ ਹੈ। ਕਿਉਂਕਿ ਸਤਿਗੁਰੂ ਦੀ ਸੰਗਤ ਵਿੱਚ ਮਿਲਣ ਦੇ ਨਾਲ ਬੁਲਗ ਬਲੋਗੀਆ ਅਸੀਂ ਚੰਗੇ ਬੋਲ ਮਿੱਠੇ ਬੋਲ ਬੋਲਣ ਲੱਗ ਪਏ। ਬੁਲਗ ਬਲੋਗੀਆ ਭਾਵ ਬੋਲਣਾ, ਸੋਹਣੇ ਬੋਲ ਬੋਲਣ ਲੱਗ ਪਏ, ਨਿਮਰਤਾ ਸਾਡੇ ਅੰਦਰ ਆ ਗਈ। ਸਭ ਕਹੋ ਮੁਖੋਂ ਹਰ ਹਰ ਹਰੇ, ਹਰ ਹਰ ਹਰੇ। ਆਪਣੇ ਮੂੰਹ ਦੇ ਵਿੱਚੋਂ ਉਸ ਪਰਮੇਸ਼ਰ ਵਾਹਿਗੁਰੂ ਨੂੰ, ਹਰੀ ਨੂੰ ਜਪਣਾ ਕਰੋ। ਹਰ ਹਰ ਹਰੇ, ਹਰ ਹਰ ਹਰੇ ਜਿਤ ਬੋਲਤ ਸਭ ਪਾਪ ਲਹੋਗੀਆ। ਜਿਹਦੇ ਨਾਮ ਲੈਣ ਦੇ ਨਾਲ, ਜੋ ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਲੈਣ ਦੇ ਨਾਲ ਸਾਰੇ ਪਾਪ ਜਿਹੜੇ ਆ ਉਹ ਨਾਸ਼ ਹੋ ਜਾਂਦੇ ਆ। ਸੋ ਇਸ ਤਰ੍ਹਾਂ ਸਾਧ ਸੰਗਤ ਦੇ ਮਹਾਰਾਜ ਨੇ ਪਹਿਲੀ ਪੌੜੀ ਇਸ ਕਾਨੜੇ ਰਾਗ ਦੀ ਵਾਰ ਦੀ, ਬਾਕੀ ਦੀਆਂ ਪੌੜੀਆਂ ਆਪ ਜੀ ਨੇ ਜ਼ਰੂਰ ਦਰਸ਼ਨ ਵੀ ਕਰਨੇ ਤੇ ਪੜ੍ਹ ਵੀ ਲੈਣੀਆਂ ਜ਼ਰੂਰ ਇਹਨਾਂ ਵਾਰਾਂ ਨੂੰ। ਤੇ ਸਾਧ ਸੰਗਤ ਦੀ ਇੱਥੇ ਇਹ ਜਿਹੜੀਆਂ 9 ਵਾਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹਨ, ਉਹਨਾਂ ਦੇ ਬਾਰੇ ਆਪਾਂ ਵਿਚਾਰ ਕੀਤੀ ਹੈ। ਤੇ ਇੱਥੇ ਮੈਂ ਨਾਲ ਹੀ ਇੱਕ ਵਿਚਾਰ ਹੋਰ ਲੈ ਕੇ ਚੱਲਾਂ ਕਿ ਇਹਨਾਂ ਵਾਰਾਂ ਤੇ ਦੇਖੋ ਸਤਿਗੁਰਾਂ ਨੇ ਜੋ ਵਾਰ ਦਾ ਅਰਥ ਹੁੰਦਾ ਹੈ ਉਹ ਇਹ ਕੀਤਾ ਜਾਂਦਾ ਕਿ ਦੋ ਦੁਸ਼ਮਣਾਂ ਦੀਆਂ ਜਾਂ ਦੋ ਯੋਧਿਆਂ ਦੀ ਆਪਸ ਦੇ ਵਿੱਚ ਜਦੋਂ ਲੜਾਈ ਹੁੰਦੀ ਹੈ ਉਹਨੂੰ ਵਾਰ ਕਿਹਾ ਜਾਂਦਾ ਹੈ। ਉਸ ਨੂੰ ਜਦੋਂ ਲਿਖਿਆ ਜਾਂਦਾ ਹੈ, ਗਾਇਆ ਜਾਂਦਾ ਹੈ ਤੇ ਉਹਨੂੰ ਵਾਰ ਕਿਹਾ ਜਾਂਦਾ ਹੈ। ਪਰ ਇਹ ਫਿਰ ਇਹਨਾਂ ਵਾਰਾਂ ਨੂੰ ਲਿਖਣ ਦੀ ਕੀ ਲੋੜ ਪੈ ਗਈ ਸਤਿਗੁਰਾਂ ਨੂੰ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ, ਇਹਨਾਂ ਵਾਰਾਂ ਨੂੰ ਕਿਉਂ ਲਿਖਿਆ ਗਿਆ? ਸਾਧ ਸੰਗਤ ਅਸਲ 'ਚ ਕੀ ਹੈ ਕਿ ਸਾਡੇ ਅੰਦਰ ਵੀ ਇੱਕ ਚੰਗਾ ਤੇ ਇੱਕ ਮਾੜਾ ਪੱਖ ਹੁੰਦਾ। ਅਸੀਂ ਇੱਕ ਪਾਸੇ ਚੰਗੇ ਵੀ ਹੁੰਦੇ, ਇੱਕ ਪਾਸੇ ਮਾੜੇ ਵੀ ਹੁੰਦੇ। ਉਹ ਜੰਗ ਸਾਡੇ ਅੰਦਰ ਚੱਲਦੀ ਰਹਿੰਦੀ ਹੈ। ਇੱਕ ਪਾਸੇ ਸਾਡਾ ਜ਼ਮੀਰ ਕਹਿੰਦਾ ਕਿ ਇਹ ਕੰਮ ਕਰਨਾ ਹੈ, ਤੇ ਇੱਕ ਪਾਸੇ ਸਾਡਾ ਮਨ ਕਹਿੰਦਾ ਇਹ ਕੰਮ ਨਹੀਂ ਕਰਨਾ। ਤੇ ਕਿਤੇ ਸਾਡਾ ਮਨ ਕਹਿੰਦਾ ਇਹ ਮਾੜਾ ਕਰਮ ਕਰਨਾ ਹੈ ਤੇ ਸਾਡਾ ਜ਼ਮੀਰ ਕਹਿੰਦਾ ਹੈ ਕਿ ਨਹੀਂ ਕਰਨਾ। ਇਸ ਤਰ੍ਹਾਂ ਸਾਡੇ ਅੰਦਰ ਵੀ ਇੱਕ ਜੰਗ ਚੱਲਦੀ ਹੈ। ਇੱਕ ਪਾਸੇ ਸਾਡੇ ਸ਼ੁਭ ਗੁਣ ਹੁੰਦੇ ਆ ਤੇ ਇੱਕ ਪਾਸੇ ਸਾਡੇ ਵਿਕਾਰ ਹੁੰਦੇ ਆ, ਕਾਮ, ਕ੍ਰੋਧ, ਲੋਭ, ਹੰਕਾਰ। ਇੱਕ ਪਾਸੇ ਸਤ, ਦਇਆ, ਧਰਮ, ਧੀਰਜ, ਇਹ ਗੁਣ ਹੁੰਦੇ ਸਾਡੇ ਅੰਦਰ, ਸਾਡੇ ਮਨ ਦੇ ਵਿੱਚ ਹੀ। ਤੇ ਇੱਕ ਪਾਸੇ ਵਿਕਾਰ ਹੁੰਦੇ ਆ। ਇਹ ਫਿਰ ਵਿਕਾਰ ਤੇ ਇਹ ਜਿਹੜੇ ਗੁਣ ਆ, ਇਹ ਜਦੋਂ ਆਪਸ ਦੇ ਵਿੱਚ ਲੜਦੇ ਆ ਤੇ ਇਹਨਾਂ ਦੇ ਉੱਤੇ ਜਦੋਂ ਗੁਣ ਜਿੱਤ ਪ੍ਰਾਪਤ ਕਰ ਲੈਂਦੇ ਆ ਤੇ ਫਿਰ ਅਸਲ ਦੇ ਵਿੱਚ ਮਨੁੱਖ ਬਣਦਾ। ਫਿਰ ਮਨੁੱਖ ਜਿਹੜਾ ਅਸਲੀ ਮਨੁੱਖ ਗਿਣਿਆ ਜਾਂਦਾ। ਪਰ ਜੇ ਵਿਕਾਰ ਹੀ ਜਿੱਤਦੇ ਰਹਿਣ ਫਿਰ ਮਨੁੱਖ ਹਾਰ ਜਾਂਦਾ। ਇਸੇ ਕਰਕੇ ਸਤਿਗੁਰਾਂ ਨੇ ਇਹ ਵਾਰਾਂ ਲਿਖੀਆਂ। ਇਹਨਾਂ ਵਾਰਾਂ ਨੂੰ ਅਧਿਆਤਮਿਕ ਵਾਰਾਂ ਕਿਹਾ ਜਾਂਦਾ ਹੈ। ਇਹਨਾਂ 22 ਵਾਰਾਂ ਨੂੰ ਅਧਿਆਤਮਿਕ ਵਾਰਾਂ ਕਿਹਾ ਜਾਂਦਾ ਹੈ ਕਿਉਂਕਿ ਇਹ ਸਿੱਧੀਆਂ ਹੀ ਉਸ ਪਰਮੇਸ਼ਰ ਦਾ ਗਿਆਨ ਸਾਨੂੰ ਦਿੰਦੀਆਂ ਤੇ ਨਾਲ ਹੀ ਗਿਆਨ ਦੇਣ ਦੇ ਨਾਲ ਨਾਲ ਇਹ ਸਾਡੇ ਅੰਦਰੋਂ ਜਿਹੜੇ ਵਿਕਾਰ ਹੁੰਦੇ ਆ, ਜਿਹੜੇ ਪਾਪ ਹੁੰਦੇ ਆ, ਉਹਨਾਂ ਨੂੰ ਨਾਸ਼ ਕਰਦੀਆਂ ਤੇ ਸਾਨੂੰ ਇੱਕ ਪਰਮੇਸ਼ਰ ਹਰੀ ਵਾਹਿਗੁਰੂ ਦੇ ਨਾਲ ਮਨਾਉਣ ਦਾ ਇਹ ਕਾਰਜ ਕਰਦੀਆਂ। ਤਾਂ ਕਰਕੇ ਜਿੱਥੇ ਬਾਹਰ ਦੋ ਸੂਰਮੇ ਆਪਸ 'ਚ ਲੜਦੇ ਆ, ਉਸੇ ਤਰ੍ਹਾਂ ਸਾਡੇ ਅੰਦਰ ਵੀ ਜਿਹੜਾ ਹੈ ਇਹ ਵਿਕਾਰਾਂ ਦੀ ਜੰਗ ਚੱਲਦੀ ਰਹਿੰਦੀ ਆ। ਕਿਉਂਕਿ ਸਤਿਗੁਰਾਂ ਨੇ ਕਿਹਾ ਹੈ ਕਿ ਜਿਹੜਾ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਉਹ ਨਿਤ ਖਾਲਸੇ ਨੂੰ ਜੰਗ ਕਰਨ ਲਈ ਮਹਾਰਾਜ ਨੇ ਪ੍ਰੇਰਿਤ ਕੀਤਾ। ਇਹਦਾ ਮਤਲਬ ਇਹ ਥੋੜੀ ਕਿ ਖਾਲਸੇ ਨੇ ਹਰ ਕਿਸੇ ਦੇ ਗਲ ਪੈਣਾ ਤੇ ਉਹਦੇ ਨਾਲ ਲੜ ਪੈਣਾ, ਨਹੀਂ। ਇਹਦਾ ਅਰਥ ਇਹ ਆ ਕਿ ਖਾਲਸੇ ਨੇ ਆਪਣੇ ਅੰਦਰ ਆਪਣੇ ਮਨ ਰੂਪੀ ਤੁਰੰਗ ਦਾ ਅਰਥ ਹੁੰਦਾ ਘੋੜੇ ਤੇ ਚੜ੍ਹਨਾ ਹੈ ਤੇ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਨਾ ਹੈ ਤੇ ਇਹ ਜੰਗ ਜਿਹੜੀ ਜਿੱਤਣੀ ਹੈ। ਇੱਕ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ। ਮੁਖ ਤੋਂ ਤੇ ਚਿੱਤ ਦੇ ਵਿੱਚ ਜੁੱਧ ਵਿਚਾਰੇ, ਜੁੱਧ ਦਾ ਵਿਚਾਰ ਲੈ ਕੇ ਆਵੇ। ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ, ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੇ ਭਵ ਸਾਗਰ ਤਰ। ਇਹ ਜਾਣ ਲਵੇ ਕਿ ਦੇਹ ਅਨਿਤ ਹੈ, ਨਿਤ ਨਹੀਂ ਰਹਿਣ ਵਾਲੀ। ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੇ। ਪਰਮੇਸ਼ਰ ਵਾਹਿਗੁਰੂ ਦੇ ਜਸ ਦੀ ਨਾਵ ਦੇ ਉੱਤੇ ਚੜ੍ਹ ਕੇ, ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਭਵ ਸਾਗਰ ਤੋਂ ਪਾਰ ਹੋ ਜਾਵੇ। ਇੱਕ ਕਿਸ਼ਤੀ ਲਵੇ ਨਾਮ ਦੀ, ਉਹਦੇ ਉੱਤੇ ਚੜ੍ਹ ਕੇ ਭਵ ਸਾਗਰ ਤੋਂ ਪਾਰ ਹੋਵੇ। ਜਸ ਨਾਵ ਚੜ੍ਹੇ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ, ਬੁੱਧ ਸੋ ਦੀਪਕ ਦਿਉ ਜਿਉ ਜਿਆਰੇ। ਧੀਰਜ ਰਹਿ ਲਿਆਵੇ ਮਨ ਦੇ ਵਿੱਚ, ਧੀਰਜ ਧਾਮ, ਧਾਮ ਘਰ ਬਣਾ ਲਵੇ, ਧੀਰਜ ਨੂੰ ਆਪਣੇ ਮਨ ਦੇ ਵਿੱਚ ਥਾਂ ਦੇਵੇ। ਧੀਰਜ ਧਾਮ ਬਣਾਏ ਇਹ ਤਨ, ਆਪਣੇ ਤਨ ਨੂੰ ਐਸਾ ਬਣਾ ਲਵੇ। ਬੁੱਧ ਸਿਓ ਦੀਪਕ ਜਿਉ ਉਜਿਆਰੇ, ਤੇ ਆਪਣੀ ਬੁੱਧ ਨੂੰ ਜਿਹੜਾ ਰੌਸ਼ਨ ਕਰਨੀ ਕਰੇ ਕਿ ਮੈਂ ਕਿਵੇਂ ਵਿਕਾਰਾਂ ਦੇ ਨਾਲ ਜਿੱਤਣਾ, ਕਿਵੇਂ ਇਹਨਾਂ ਦੇ ਨਾਲ ਜੰਗ ਕਰਨੀ। ਬੁੱਧ ਸੋ ਦੀਪਕ ਜਿਉ ਉਜਿਆਰੇ, ਗਿਆਨੇ ਕੀ ਵੱਡਣੀ ਮਨੋ ਹਾਥ ਲੈ, ਕਾਤਰ ਤੱਕ ਤੁਆਰ ਬੁਹਾਰੇ। ਮਾਰੇ ਕਹਿੰਦੇ ਆ, ਕਹਿੰਦੇ ਗਿਆਨ ਦੀ ਜਿਹੜੀ ਬੌਕਰ ਆ ਨਾ, ਗਿਆਨ ਦਾ ਝਾੜੂ ਲੈ ਕੇ, ਗਿਆਨੇ ਕੀ ਵੱਡਣੀ ਹਾਥ ਲੈ, ਆਪਣੇ ਹੱਥ 'ਚ ਫੜ ਕੇ, ਮਨ ਰੂਪੀ ਹੱਥ 'ਚ ਫੜ ਕੇ, ਗਿਆਨੇ ਕੀ ਵੱਡਣੀ ਹਾਥ ਲੈ ਮਨੋ ਕਾਤਰਤਾ ਕੁਤਵਾਰ ਬੁਹਾਰੇ, ਆਪਣੇ ਮਨ 'ਚੋਂ ਵਿਕਾਰਾਂ ਨੂੰ ਕੱਢ ਦੇਵੇ। ਐਸੀ ਜੰਗ ਜਿਹੜੀ ਉਹ ਸਿੱਖ
करे, छत्री को पूत हो बामण को नाहे, क्या तप आवत है जो करो, और जार तो ग्रह कोय, तो हे त्याग कहाँ चित्त ताम धरो, अब रीझ के देहो वहे हमको, जो हो बिनती कर जोर करो, जब आपकी औद निधान बने, अत ही रण में तब जूझ मरो। अत ही रण केड़ा रण है? मन अंदरला रण, जिते असीं जित प्राप्त करनी, अपने विकारां तो जितना है, ते अपने आप ਨੂੰ शुद्ध करके अपने विकारां ते जित प्राप्त करके उस परमेश्वर के दर ते कबूल होना है, ते उस परमेश्वर के दल ते कबूल होके ते ਉਹਦੇ ਵਿੱਚ ਹੀ ਲੀਨ ਹੋਣਾ ਹੈ। ਤਾਂ ਸਤਿਗੁਰਾਂ ਨੇ ਇਹ ਪਾਵਨ 22 ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕਰਨੀਆਂ ਕੀਤੀਆਂ ਹੈ, ਦਰਜ ਕੀਤੀਆਂ ਹਨ, ਜਿਨ੍ਹਾਂ ਦੇ ਵਿੱਚ ਸਤਿਗੁਰਾਂ ਨੇ 9 ਵਾਰਾਂ ਦੇ ਉੱਪਰ ਇਹ ਧੁਨੀਆਂ ਜਿਨ੍ਹਾਂ ਦੀ ਆਪਾਂ ਵਿਚਾਰ ਕੀਤੀ ਹੈ ਉਹ ਚੜਾਈਆਂ ਹਨ। ਸੋ ਸਾਧ ਸੰਗਤ, ਇੱਥੇ ਹੀ ਆਪਾਂ ਜੋ ਪਿਛਲੇ ਦਿਨਾਂ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਆਪਾਂ ਵਿਚਾਰ ਚਰਚਾ ਕਰ ਰਹੇ ਸੀ। ਸਭ ਤੋਂ ਪਹਿਲਾਂ ਆਪਾਂ ਜਿਹੜਾ ਹੈ ਉਹ ਗੁਰੂ ਸਾਹਿਬਾਨਾਂ ਦੀ ਬਾਣੀ ਬਾਰੇ ਵਿਚਾਰ ਕੀਤੀ, ਉਹਨਾਂ ਦੇ ਜੀਵਨ ਬਾਰੇ, ਫਿਰ ਆਪਾਂ ਭਗਤਾਂ ਦਾ ਜੀਵਨ ਤੇ ਉਹਨਾਂ ਦਾ ਬਾਣੀ ਨੂੰ ਵਿਚਾਰਿਆ ਹੈ। ਫਿਰ ਉਸ ਤੋਂ ਬਾਅਦ ਸਾਧ ਸੰਗਤ ਆਪਾਂ ਭੱਟ ਸਾਹਿਬਾਨਾਂ ਦਾ ਜੀਵਨ ਵਿਚਾਰਿਆ, ਬਾਣੀ ਵਿਚਾਰੀ ਹੈ, ਫਿਰ ਗੁਰਸਿੱਖਾਂ ਦੀ ਬਾਣੀ ਵਿਚਾਰੀ ਹੈ, ਫਿਰ ਜੋ ਸਿਰਲੇਖ ਆਏ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿੰਨੇ ਵੀ ਸਿਰਲੇਖ ਆਏ ਮਹਾਰਾਜ ਨੇ ਦਰਜ ਕੀਤੇ ਆ, ਉਹਨਾਂ ਸਿਰਲੇਖਾਂ ਦੇ ਬਾਰੇ ਆਪਾਂ ਡਿਟੇਲ ਦੇ ਨਾਲ ਵਿਚਾਰ ਚਰਚਾ ਕੀਤੀ ਹੈ। ਫਿਰ ਉਸ ਤੋਂ ਬਾਅਦ ਇਹ 9 ਧੁਨੀਆਂ ਦੀ ਵਿਚਾਰ ਆਪਾਂ ਕੀਤੀ ਹੈ। ਇਸੇ ਤਰ੍ਹਾਂ ਸਾਧ ਸੰਗਤ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸੁੰਦਰ ਵਿਚਾਰ ਹਨ, ਬਹੁਤ ਸੁੰਦਰ ਸਤਿਗੁਰਾਂ ਨੇ ਸਿਰਲੇਖ, ਹੋਰ ਵੀ ਬੜਾ ਕੁਛ ਹੈ, ਕਿਉਂਕਿ ਖੋਜ ਦੇ ਅਧੀਨ ਹੈ। ਜੇ ਆਪਾਂ ਖੋਜ ਕਰਾਂਗੇ ਤੇ ਸਾਰਾ ਕੁਝ ਪ੍ਰਾਪਤ ਹੁੰਦਾ ਹੈ, ਤੇ ਜਿਹੜਾ ਵੀ ਗੁਰਸਿੱਖ ਹੈ ਜਿੰਨੀ ਚੁੱਭੀ ਲਾਉਂਦਾ ਹੈ ਉਨੇ ਰਤਨ ਲੈ ਕੇ ਉੱਥੋਂ ਨਿਕਲ ਜਾਂਦਾ ਹੈ। ਇਸ ਕਰਕੇ ਸਾਧ ਸੰਗਤ, ਤੇ ਪਿਓ ਦਾਦੇ ਦਾ ਕੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਵਾਲੀ ਗੱਲ ਹੈ। ਇਹ ਪਿਓ ਦਾਦੇ ਦਾ, ਆਪਣੇ ਦਾ, ਵੱਡੇ ਸਤਿਗੁਰਾਂ ਦਾ ਖਜ਼ਾਨਾ ਹੈ। ਜੇ ਇਹਨਾਂ ਨੂੰ ਜਿੰਨਾ ਖੋਜਾਂਗੇ ਉਹਨਾਂ ਹੀ ਰਤਨ ਲੈ ਕੇ ਆਪਾਂ ਬਾਹਰ ਨਿਕਲਾਂਗੇ। ਇਹਦਾ ਮਤਲਬ ਇਹ ਨਹੀਂ ਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਤੇ ਇੱਥੇ ਕੰਮ ਖਤਮ ਹੋ ਗਿਆ। ਅਸਲ ਗੱਲ ਇਹ ਕਿ ਸਾਨੂੰ ਸਹਿਜ ਪਾਠ ਵੀ ਕਰਨਾ ਚਾਹੀਦਾ ਹੈ, ਬਾਣੀ ਵੀ ਪੜ੍ਹਨੀ ਚਾਹੀਦੀ ਹੈ। ਬਾਣੀ ਪੜ੍ਹਾਂਗੇ ਤੇ ਸਾਡਾ ਕਲਿਆਣ ਹੈ, ਫਿਰ ਹੀ ਸਾਨੂੰ ਜੀਵਨ ਜਿਉਣ ਦਾ ਢੰਗ ਆਵੇਗਾ, ਇਹ ਸੰਸਾਰ ਵੀ ਸਾਡਾ ਸੁਧਰੇਗਾ, ਤੇ ਜਦੋਂ ਇਹ ਛੱਡ ਕੇ ਪਰਲੋਕ ਜਾਵਾਂਗੇ ਉੱਥੇ ਵੀ ਸਾਡੀ ਜੈ ਜੈਕਾਰ ਹੋਵੇਗੀ। ਪਰ ਜੈਕਾਰ ਉਦੋਂ ਹੋਣੀ ਹੈ ਜੇ ਬਾਣੀ ਪੜ੍ਹਾਂਗੇ। ਜੇ ਸਿਰਫ ਆਪਾਂ ਸੁਣ ਲਿਆ ਤੇ ਬਸ ਖਤਮ ਕੰਮ, ਫਿਰ ਨਹੀਂ ਗੱਲ ਬਣਨੀ। ਗੱਲ ਸਾਧ ਸੰਗਤ ਉਦੋਂ ਬਣਨੀ ਹੈ ਜਦੋਂ ਬਾਣੀ ਨੂੰ ਵਿਚਾਰਾਂਗੇ, ਬਾਣੀ ਨੂੰ ਪੜ੍ਹਾਂਗੇ, ਪੜ੍ਹ ਕੇ ਵਿਚਾਰ ਕਰਕੇ ਆਪਣੇ ਮਨ 'ਚ ਵਸਾਵਾਂਗੇ ਤੇ ਆਪਣੇ ਜੀਵਨ 'ਚ ਬਾਣੀ ਨੂੰ ਲੈ ਕੇ ਆਵਾਂਗੇ। ਤੇ ਜਦੋਂ ਜੀਵਨ ਆਪਣਾ ਬਾਣੀ ਦੇ ਅਨੁਸਾਰ ਕਰ ਰਿਹਾ, ਫਿਰ ਇਸ ਤੇ ਸਿੱਖ ਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਂਦੀ। ਗੁਰੂ ਇੰਨਾ ਦਿਆਲ ਹੈ ਕਿ ਗੁਰੂ ਸਿੱਖ ਨੂੰ ਕਿਸੇ ਦੇ ਅੱਗੇ ਝੁਕਣ ਹੀ ਨਹੀਂ ਦਿੰਦਾ। ਸਾਰੇ ਧਨ ਪਦਾਰਥ ਹਰ ਚੀਜ਼ ਸਿੱਖ ਦੇ ਅੱਗੇ ਸੁੱਟ ਦਿੰਦਾ ਹੈ ਕਿ ਪੁੱਤਰ ਤੈਨੂੰ ਚਾਹੀਦਾ ਕੀ ਹੈ? ਗੁਰੂ ਕਹਿੰਦਾ ਦੱਸ, ਜੋ ਵੀ ਤੈਨੂੰ ਚਾਹੀਦਾ ਉਹ ਦੱਸ। ਮੁੱਖ ਮੰਗੇ ਜੋ ਵੀ ਤੈਨੂੰ ਮੁੱਖ ਦੇ ਵਿੱਚੋਂ ਮੰਗਦਾ, ਬਾਲਕ ਜੋ ਮੁੱਖ ਮੰਗਿਆ ਸੋ ਦੀਨਾ। ਮਹਾਰਾਜ ਕਹਿੰਦੇ ਜੋ ਵੀ ਸਿੱਖਾ ਤੂੰ ਮੁੱਖੋਂ ਮੰਗੇਗਾ ਨਾ ਉਹ ਤੈਨੂੰ ਪ੍ਰਾਪਤ ਹੋਊਗਾ, ਪਰ ਤੂੰ ਮੇਰਾ ਹੋ ਜਾ। ਤੇ ਮੇਰਾ ਹੋਣਾ ਕੀ ਹੈ? ਬਾਣੀ ਪੜ੍ਹ ਲਾ, ਸਿਮਰਨ ਕਰ ਲਾ, ਬੰਦਗੀ ਕਰ ਲਾ, ਗੁਰੂ ਵਾਲੇ ਹੋਈਏ। ਕਿਉਂਕਿ ਸੰਸਾਰ ਬਹੁਤ ਭਿਆਨਕ ਅੱਗ ਹੈ ਕਲਯੁਗ ਦੀ। ਸਮਾਂ ਤੁਹਾਨੂੰ ਪਤਾ ਹੀ ਕਿਵੇਂ ਦਾ ਚੱਲ ਰਿਹਾ, ਜ਼ਿਆਦਾ ਵਿਸਥਾਰ 'ਚ ਜਾਣ ਦੀ ਲੋੜ ਨਹੀਂ ਹੈ। ਇਸ ਅੱਗ ਤੋਂ, ਇਸ ਵਿਕਾਰਾਂ ਤੋਂ ਜੀ ਆਪ ਬਚਣਾ ਹੈ, ਆਪਣੇ ਪਰਿਵਾਰ ਨੂੰ ਬਚਾਉਣਾ ਹੈ, ਆਪਣੇ ਬੱਚਿਆਂ ਨੂੰ ਬਚਾਉਣਾ ਹੈ। ਤੇ ਬਾਣੀ ਦਾ ਲੜ ਫੜ ਲਓ ਤੇ ਬਚਾਅ ਹੋ ਜਾਏਗਾ, ਨਹੀਂ ਤੇ ਡੁੱਬਦੀ ਜਾ ਰਹੀ ਦੁਨੀਆ। ਸੰਸਾਰ ਸਮੁੰਦਰ ਦੀ ਤਰ੍ਹਾਂ ਹੈ ਤੇ ਡੁੱਬ ਰਿਹਾ ਹੈ, ਤੇ ਇਹ ਸਮੁੰਦਰ ਵੀ ਪਾਣੀ ਦਾ ਨਹੀਂ ਹੈ। ਮਹਾਰਾਜ ਕਹਿੰਦੇ ਅੱਗ ਦਾ ਸਮੁੰਦਰ ਹੈ, ਅੱਗ ਦਾ। ਇਸ ਅੱਗ ਦੇ ਸਮੁੰਦਰ 'ਚ ਸੰਸਾਰ ਡੁੱਬਦਾ ਜਾ ਰਿਹਾ ਹੈ। ਤੇ ਜੇ ਬਚਣਾ ਹੈ, ਆਪਣਾ ਬਚਾਉਣਾ ਹੈ ਤੇ ਪਰਿਵਾਰ ਨੂੰ ਬਚਾਉਣਾ ਹੈ, ਤੇ ਬਾਣੀ ਨਾਲ ਜੁੜੀਏ। ਠੀਕ ਹੈ, ਮਨ ਨਹੀਂ ਸ਼ੁਰੂ ਤੇ ਲੱਗਦਾ, ਪਰ ਜਦੋਂ ਮਨ ਲੱਗਣ ਲੱਗ ਪੈਂਦਾ ਹੈ ਫਿਰ ਬਾਣੀ ਤੋਂ ਬਿਨਾਂ ਹੋਰ ਕਿਸੇ ਪਾਸੇ ਮਨ ਲੱਗਦਾ ਹੀ ਨਹੀਂ। ਫਿਰ ਵਾਰ-ਵਾਰ ਦਿਲ ਹੀ ਕਰੀ ਜਾਂਦਾ ਪੜ੍ਹੀ ਜਾਈਏ। ਸੋ ਸਾਧ ਸੰਗਤ, ਇੱਥੇ ਹੀ ਆਪਾਂ ਵਿਚਾਰਾਂ ਦੀ ਸਮਾਪਤੀ ਕਰਦੇ ਹਾਂ। ਬੜੀ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਇਹਨਾਂ ਵਾਰਾਂ ਦੀ। ਆਪ ਜੀ ਨੇ ਜੋ ਸੁਣਿਆ ਹੈ, ਜੋ ਵਿਚਾਰਾਂ ਆਪਾਂ ਕੀਤੀਆਂ, ਜੋ ਵੀ ਵਿਚਾਰਾਂ ਆਪਾਂ ਇਸ ਸਮੁੱਚੀਆਂ ਕਲਾਸਾਂ 'ਚ ਕੀਤੀਆਂ, ਇਹਨਾਂ ਸਾਰੀਆਂ ਵਿਚਾਰਾਂ ਨੂੰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਕਿਉਂਕਿ ਸਤਿਗੁਰੂ ਸਮੁੰਦਰ ਅਥਾਹ ਹੈ ਬਾਣੀ ਦਾ, ਤੇ ਆਪਾਂ ਛੋਟੇ ਜਿਹੇ ਜੀਵ ਹਾਂ। ਜਿੰਨਾ ਕੁਛ ਪ੍ਰਾਪਤ ਹੁੰਦਾ ਉਹਨਾਂ ਕੁਝ ਆਪ ਜੀ ਨਾਲ ਸਾਂਝਾ ਕੀਤਾ। ਬੇਅੰਤ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ। ਜੇ ਆਪ ਜੀ ਨੇ ਹੁਣ ਕੁਛ ਪੁੱਛਣਾ ਹੈ ਤੇ ਆਪਾਂ ਉਹਦੀ ਵਿਚਾਰ ਕਰੀਏ। ਤੇ ਇਹਦੇ ਨਾਲ ਹੀ ਮੈਂ ਦੱਸ ਦੇਵਾਂ ਕਿ ਸਾਧ ਸੰਗਤ, ਕੱਲ੍ਹ ਤੋਂ ਆਪਾਂ ਜਿਹੜੀ ਕਲਾਸ ਹੈ ਉਹ ਇਹ ਭਗਤਾਂ ਦਾ ਜੀਵਨ, ਜੋ ਸਤਿਯੁਗ ਦੇ ਵਿੱਚ ਭਗਤ ਹੋਇਆ, ਦੁਆਪਰ ਕਲਯੁਗ ਦੇ ਵਿੱਚ ਜਿੰਨੇ ਵੀ ਭਗਤ ਹੋਏ ਆ ਨਾ, ਧਰੂਪ ਪ੍ਰਹਿਲਾਦ ਵਰਗੇ, ਇਹਨਾਂ ਸਾਰਿਆਂ ਦੀ ਇੱਕ ਵਾਰ ਹੈ। ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਗੁਰਦਾਸ ਜੀ ਨੇ ਲਿਖੀ ਹੈ ਉਹ ਵਾਰ।
उन्हां सारियां भगतां दा जीवन लिखिया है ते वो आपां कल तो विचार उहदी आरंभ करनी है। कुल 28 पौड़ियां हन उहदियां ते आपां वो वार दे अंदर बड़ा सोहना दृष्टांत दे के भाई गुरदास जी ने समझाया है ते वो आपां सारी विचारन दा यतन करना है। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸਮੁੱਚੀ ਜਾਣਕਾਰੀ ਹੈ ਉਹਦੇ ਬਾਰੇ ਅੱਜ ਸਮਾਪਤੀ ਹੈ। ਤੇ ਜਿਨ੍ਹਾਂ ਨੇ ਇਹ ਕਲਾਸਾਂ ਨਹੀਂ ਸੁਣੀਆਂ, ਰੁਝੇਵਿਆਂ ਦੇ ਵਿੱਚ ਰਹੇ ਹੋ ਜਾਂ ਕਿਸੇ ਖਾਸ ਕਾਰਨ ਦਾ ਕਰਕੇ ਨਹੀਂ ਸੁਣ ਸਕੇ, ਉਹ ਸਾਰੀਆਂ YouTube ਦੇ ਉੱਪਰ ਪਈਆਂ ਹਨ ਤੇ ਆਪ ਜੀ ਨੇ ਉਹ ਲੜੀਵਾਰ ਜ਼ਰੂਰ ਸੁਣ ਲੈਣੀਆਂ, ਕਿਉਂਕਿ ਇਹਦੇ ਨਾਲ ਬਹੁਤ ਗਿਆਨ ਦੇ ਵਿੱਚ ਵਾਧਾ ਹੋਵੇਗਾ। ਸੋ ਆਪ ਜੀ ਨੇ ਜੇ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ। ਉਪਰੰਤ ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ, ਵਾਹਿਗੁਰੂ। वाहिगुरु। ठीक है साध संगत जी, आप सब संगत का बहुत बहुत धन्यवाद। इतने समाप्ति है। शाम की क्लास में सुखनी साहब की बाणी का जाप चल रहा है, आप जी ने जुड़ के वह भी लाहा लेना। बुलाओ फतेह जी। वाहिगुरु जी का खालसा, वाहिगुरु जी की